ਹਾਂਜੀ, ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ। ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਹੁਣ ਆਪਾਂ ਜਿਹੜਾ ਹੈ ਲੈਵਲ 3 ਸਟਾਰਟ ਕੀਤਾ ਹੋਇਆ ਹੈ, ਜਿਹਦੇ ਵਿੱਚ ਹਾਰਡ ਲੈਵਲ ਦੇ ਕੁਐਸਚਨ ਜਿਹੜੇ ਸਬ ਇੰਸਪੈਕਟਰ ਹੋ ਗਿਆ, ਇੰਟੈਲੀਜੈਂਸ ਹੋ ਗਿਆ ਜਾਂ ਹੈੱਡ ਕਾਂਸਟੇਬਲ, ਉਸ ਦੇ ਵਿੱਚ ਇਹ ਸਵਾਲ ਪੁੱਛੇ ਗਏ ਨੇ। ਉਹਨਾਂ ਨੂੰ ਆਪਾਂ 1 ਬਾਏ 1 ਡਿਸਕਸ ਕਰਦੇ ਹਾਂ। ਸੋ ਇਹ 13ਵਾਂ ਚੈਪਟਰ ਹੈ ਨੈਟਵਰਕ ਸਿਕਿਉਰਿਟੀ ਜਾਂ ਸਾਈਬਰ ਸਿਕਿਉਰਿਟੀ। ਇੱਕੋ ਹੀ ਗੱਲ ਹੈ, ਰਿਲੇਟਡ ਟਰਮਾਂ ਨੇ, ਠੀਕ ਹੈ। ਸੋ ਇਹਦੇ ਵਿੱਚੋਂ ਇਹਦਾ ਪਹਿਲਾ ਪਾਰਟ ਹੈ। ਕਾਫੀ ਕੁਐਸਚਨ ਇਹਦੇ ਵਿੱਚ ਹੈਗੇ ਨੇ ਜਿਹੜੇ ਥੋੜੇ ਜਿਹੇ ਟੇਢੇ ਲੈਵਲ ਦੇ ਨੇ, ਪਰ ਆਪਾਂ ਕਰਾਂਗੇ ਇਕੱਲਾ ਕੁਐਸਚਨ ਤੁਹਾਨੂੰ ਮੈਂ ਕਰਵਾਉਂਗਾ। ਤੁਹਾਨੂੰ ਕੋਈ ਵੀ ਸਟ੍ਰੈਸ ਜਾਂ ਟੈਨਸ਼ਨ ਲੈਣ ਦੀ ਲੋੜ ਨਹੀਂ। ਸੋ ਬਣੇ ਰਹੋ ਵੀਡੀਓ ਦੇ ਨਾਲ, ਪੂਰਾ ਦੇਖਿਓ। ਸੋ ਇਹ ਸਾਡਾ ਨੰਬਰ ਹੈ 9465390346। ਅਗਰ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਜਾਂ ਕੰਟੈਕਟ ਕਰਨਾ ਚਾਹੁੰਦੇ ਹੋ, ਹਨਾ। ਸੋ ਪਹਿਲਾ ਸਵਾਲ ਹੈਗਾ, ਕਹਿੰਦਾ ਯੂਜ਼ਿੰਗ ਵੈਬਸਾਈਟ ਟੂ ਪੋਰ ਆਊਟ ਬੰਦ ਗ੍ਰੇਵੀਐਂਸਿਸ ਇਜ਼ ਕਾਲਡ। ਕਹਿੰਦਾ ਵੈਬਸਾਈਟ ਨੂੰ ਯੂਜ਼ ਕਰਕੇ ਪੋਰ ਆਊਟ ਬੰਦ ਗ੍ਰੇਵੀਐਂਸਿਸ। ਸੋ ਇਸ ਨੂੰ ਕਹਿੰਦਾ ਕੀ ਕਹਿੰਦੇ ਨੇ, ਕਿ ਸਾਈਬਰ ਵੈਂਟਿੰਗ ਹੈ, ਸਾਈਬਰ ਹੇਟ ਹੈ, ਵੈਬ ਐਂਗਰ ਹੈ ਜਾਂ ਸਾਈਬਰ ਅਬਿਊਜ਼ ਹੈ। ਗ੍ਰੇਵੀਐਂਸਿਸ ਦਾ ਮੀਨਿੰਗ ਆਪਾਂ ਦੇਖ ਲੈਂਦੇ ਹਾਂ। ਇਹ ਕੰਪਲੇਂਟ ਔਰ ਸਟਰੋਂਗ ਫੀਲਿੰਗ ਦੈਟ ਯੂ ਹੈਵ ਬੀਨ ਟ੍ਰੀਟਡ ਅਨਫੇਅਰਲੀ। ਕੋਈ ਸਾਡੇ ਅੰਦਰ ਸਾਡੇ ਨਾਲ ਧੱਕਾ ਹੋਇਆ ਹੋਵੇ ਤਾਂ ਅਸੀਂ ਆਪਦੀਆਂ ਫੀਲਿੰਗ ਨੂੰ ਐਕਸਪ੍ਰੈਸ ਕਰਨਾ, ਜਾਂ ਸਾਡੇ ਅੰਦਰ ਕੋਈ ਐਵੇਂ ਦੀਆਂ ਫੀਲਿੰਗਸ ਹੋਣ ਜਿੱਥੇ ਸਾਡੇ ਨਾਲ ਅਨਫੇਅਰਲੀ ਟ੍ਰੀਟਮੈਂਟ ਹੋਇਆ ਹੋਵੇ, ਤਾਂ ਉੱਥੇ ਆਪਾਂ ਗ੍ਰੇਵੀਐਂਸ ਸ਼ਬਦ ਵਰਤਦੇ ਹਾਂ। ਤਾਂ ਇਹ ਕੀ ਹੁੰਦਾ? ਆਨਸਰ ਇਹਦਾ ਹੈਗਾ ਸਾਈਬਰ ਵੈਂਟਿੰਗ। ਮੈਂ ਆਪਾਂ ਕਰਵਾ ਦਿੰਦੇ ਹਾਂ ਸਾਈਬਰ ਵੈਂਟਿੰਗ। ਪਹਿਲਾਂ ਆਪਾਂ ਪੜ੍ਹਦੇ ਹਾਂ ਕੀ ਹੁੰਦਾ। ਯੂਜ਼ਿੰਗ ਵੈਬਸਾਈਟ ਟੂ ਪੋਰ ਆਊਟ ਬੰਦ ਗ੍ਰੇਵੀਐਂਸ ਰੈਫਰਸ ਟੂ ਦੀ ਐਕਟ ਆਫ ਐਕਸਪ੍ਰੈਸਿੰਗ ਫਰਸਟ੍ਰੇਸ਼ਨ। ਇਹ ਕਹਿੰਦਾ ਕੀ ਹੈ? ਐਕਟ ਆਫ ਐਕਸਪ੍ਰੈਸਿੰਗ ਫਰਸਟ੍ਰੇਸ਼ਨ। ਇੱਕ ਤਰ੍ਹਾਂ ਦੀ ਕਲਾ ਹੈ, ਐਕਟ ਆਪਦੀ ਫਰਸਟ੍ਰੇਸ਼ਨ ਨੂੰ ਐਕਸਪ੍ਰੈਸ ਕਰਨ ਦਾ। ਐਂਗਰ, ਡਿਸਸੈਟਿਸਫੈਕਸ਼ਨ ਆਨਲਾਈਨ। ਇਹ ਸਾਰੀਆਂ ਕੋਈ ਵੀ ਚੀਜ਼ ਸਾਡੀ ਐਵੇਂ ਦੀ ਹੋਵੇ ਉਹਨੂੰ ਆਨਲਾਈਨ ਐਕਸਪ੍ਰੈਸ ਕਰਨਾ। ਲੋਕ ਨਹੀਂ ਅੱਜ ਕੱਲ੍ਹ ਆਨਲਾਈਨ ਕੋਈ ਕੁਝ ਹੋ ਗਿਆ ਸਰਕਾਰ ਨੂੰ ਗਾਲਾਂ ਕੱਢੀ ਜਾਂਦਾ, ਕੋਈ ਕਿਸੇ ਨੂੰ ਕੁਝ ਕਹੀ ਜਾਂਦਾ, ਉਹ ਸਾਈਬਰ ਵੈਂਟਿੰਗ ਹੀ ਹੁੰਦਾ। ਕਹਿੰਦਾ ਦਿਸ ਕੈਨ ਬੀ ਡਨ ਥਰੂ ਵੇਰੀਅਸ ਮੀਨਸ ਸੱਚ ਐਜ਼ ਸੋਸ਼ਲ ਮੀਡੀਆ ਪਲੇਟਫਾਰਮ, ਆਨਲਾਈਨ ਫੋਰਮਸ ਔਰ ਪਰਸਨਲ ਬਲੌਗਸ। ਸੋ ਇਹ ਸਾਰੇ ਤਰੀਕੇ ਤੁਹਾਨੂੰ ਪਤਾ ਹੀ ਹੈ। Cyber venting, a term that specifically describes the act of venting or release one's emotions on internet। ਆਪਦੇ ਇਮੋਸ਼ਨਸ ਇੰਟਰਨੈਟ ਤੇ ਐਕਸਪਲੇਨ ਕਹਿ ਲਓ ਵੀ ਰਿਲੀਜ਼ ਕਰਨੇ, ਹੈ ਨਾ। ਇਟ ਅਲਾਉਜ਼ ਇੰਡੀਵਿਜੂਅਲ ਟੂ ਐਕਸਪ੍ਰੈਸ ਦੇਅਰ ਫੀਲਿੰਗ ਐਂਡ ਸ਼ੇਅਰ ਦੇਅਰ ਐਕਸਪੀਰੀਅੰਸ ਵਿਦ ਵਾਈਡਰ ਆਡੀਅੰਸ। ਜ਼ਿਆਦਾ ਲੋਕਾਂ ਦੇ ਨਾਲ ਆਪਾਂ ਆਪਣਾ ਐਕਸਪੀਰੀਅੰਸ ਦੱਸ ਸਕਦੇ ਹਾਂ। ਵਾਈਲ ਇਟ ਮੇ ਪ੍ਰੋਵਾਈਡ ਸੈਂਸ ਆਫ ਰਿਲੀਫ ਫॉर ਪਰਸਨ ਵੈਂਟਿੰਗ। ਕਹਿੰਦਾ ਉਹਦੇ ਲਈ ਸੈਂਸ ਆਫ ਰਿਲੀਫ ਤਾਂ ਹੋ ਸਕਦਾ ਹੈ ਜਿਹੜਾ ਵੈਂਟਿੰਗ ਕਰ ਰਿਹਾ। ਇਟ ਇਜ਼ ਇੰਪੋਰਟੈਂਟ ਟੂ ਪ੍ਰੈਕਟਿਸ ਰਿਸਪੌਂਸਿਬਲ ਐਂਡ ਰਿਸਪੈਕਟਫੁਲ ਆਨਲਾਈਨ ਕਮਿਊਨੀਕੇਸ਼ਨ। ਕਹਿੰਦਾ ਇਹ ਜ਼ਰੂਰੀ ਹੁੰਦਾ ਵੀ ਪ੍ਰੈਕਟਿਸ ਕਰੀਏ, ਵੀ ਅਸੀਂ ਐਵੇਂ ਦਾ ਕੁਝ ਨਾ ਕਰੀਏ। ਕਮਿਊਨੀਕੇਸ਼ਨ ਟੂ ਅਵੋਇਡ ਕ੍ਰਾਸਿੰਗ ਦੀ ਲਾਈਨ ਇਨਟੂ ਸਾਈਬਰ ਬੁਲਿੰਗ ਔਰ ਸਾਈਬਰ ਅਬਿਊਜ਼। ਕਹਿੰਦਾ ਇਹ ਵਾਲੀਆਂ ਚੀਜ਼ਾਂ ਤੋਂ ਅਸੀਂ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਜਿੰਨਾ ਹੋ ਸਕੇ ਪਰਹੇਜ਼ ਕਰੀਏ। ਹੁਣ ਆਪਾਂ ਦੇਖਦੇ ਹਾਂ ਵੀ ਸਾਈਬਰ ਬੁਲਿੰਗ ਤੇ ਸਾਈਬਰ ਵੈਂਟਿੰਗ ਦੇ ਵਿੱਚ ਕੀ ਫਰਕ ਹੈ। ਸਾਈਬਰ ਬੁਲਿੰਗ ਨੂੰ ਸਾਈਬਰ ਅਬਿਊਜ਼ ਵੀ ਬੋਲਦੇ ਆ। ਆਪਾਂ ਦੇਖਦੇ ਹਾਂ ਡਿਫਰੈਂਸ ਬਿਟਵੀਨ ਸਾਈਬਰ ਵੈਂਟਿੰਗ ਐਂਡ ਸਾਈਬਰ ਬੁਲਿੰਗ ਔਰ ਸਾਈਬਰ ਅਬਿਊਜ਼। ਸੋ ਪਹਿਲਾਂ ਕਹਿੰਦਾ ਇੰਟੈਂਸ਼ਨ ਕੀ ਹੁੰਦੀ ਹੈ। ਸਾਈਬਰ ਅਬਿਊਜ਼ ਪਹਿਲੇ ਦੀ ਗੱਲ, ਇਹਦੀ ਗੱਲ ਕਰਦੇ ਹਾਂ। ਦੂਜੇ ਦੀ ਇਹ 2 ਨੰਬਰ ਹੈ ਦੋਨੋਂ, ਇਹ 1 ਨੰਬਰ ਹੈ, ਕਿਉਂਕਿ ਸਾਈਬਰ ਅਬਿਊਜ਼ ਨੂੰ ਸਾਈਬਰ ਬੁਲਿੰਗ ਵੀ ਕਿਹਾ ਜਾਂਦਾ। ਸਾਈਬਰ ਅਬਿਊਜ਼ ਇਨਵੋਲਵ ਇੰਟੈਂਸ਼ਨਲ ਹਾਰਮ ਔਰ ਹਰਾਸਮੈਂਟ ਟੁਵਾਰਡਸ ਅਦਰਸ। ਇਹ ਕਹਿੰਦਾ ਇੰਟੈਂਸ਼ਨਲ ਹਰਾਸਮੈਂਟ ਜਾਂ ਹਾਰਮ ਹੁੰਦਾ ਹੈ। ਵੇਅਰ ਸਾਈਬਰ ਵੈਂਟਿੰਗ ਫੋਕਸ ਔਨ ਐਕਸਪ੍ਰੈਸਿੰਗ ਪਰਸਨਲ ਫਰਸਟ੍ਰੇਸ਼ਨ। ਇਹਦੇ ਵਿੱਚ ਕਹਿੰਦਾ ਕਿਸੇ ਨੂੰ ਕੁਝ ਨਹੀਂ ਕੀਤਾ ਜਾ ਰਿਹਾ, ਪਰਸਨਲੀ ਫਰਸਟ੍ਰੇਸ਼ਨ ਬੰਦਾ ਕੱਢ ਲਿਆ, ਔਰ ਇਮੋਸ਼ਨ ਵਿਦਆਊਟ ਟਾਰਗੇਟਿੰਗ ਔਰ ਇੰਟੈਂਡਿੰਗ ਹਾਰਮ ਟੁਵਾਰਡ ਅਦਰ। ਦੂਜਿਆਂ ਨੂੰ ਕਿਸੇ ਨੂੰ ਟਾਰਗੇਟ ਕਰੇ ਬਿਨਾ। ਫਿਰ ਹੈਗਾ ਟਾਰਗੇਟਡ ਵਰਸਸ ਜਨਰਲਾਈਜ਼ਡ। Cyber abuse is typically directed at specific individual or group with the intention to cause harm। ਇਹ ਕਹਿੰਦਾ ਵੀ ਸਪੈਸੀਫਿਕਲੀ ਕਿਸੇ ਗਰੁੱਪ ਨੂੰ ਕੀਤਾ ਜਾਂਦਾ ਹੈ ਅਬਿਊਜ਼, ਹਨਾ। ਇੰਟੀਮੀਟੀਡ ਕੀ ਹੋ ਗਿਆ ਜੀ, ਇੰਟੀਮੀਡੇਟ ਸੌਰੀ, ਠੀਕ ਹੈ। ਸੋ ਕਈ ਵਾਰੀ ਹੋ ਜਾਂਦਾ ਇੰਟੀਮੀਡੇਟ ਹੀ ਸੌਖਾ ਦੀ ਮੰਮੀ ਉਲਝ ਗਿਆ, ਐਡੀ ਕੋਈ ਗੱਲ ਹੈ ਨਹੀਂ ਸੀ। ਔਰ ਹਿਊਮੀਲੇਟ ਦੈਮ। ਕਹਿੰਦਾ ਉਹਨਾਂ ਨੂੰ ਵਿਦਆਊਟ ਇੰਟੀਮੀਡੇਟ ਔਰ ਹਿਊਮੀਲੇਟ ਉਹਦਾ ਨੁਕਸਾਨ ਬਚਾਉਣਾ। ਇੰਟੀਮੀਡੇਟ ਵੀ ਇਹੀ ਹੁੰਦਾ, ਉਹਨਾਂ ਮੈਨੂੰ ਮੀਨਿੰਗ ਨਹੀਂ ਪਤਾ, ਚੈੱਕ ਕਰ ਲਿਓ ਤੁਸੀਂ, ਦੋਨੇ ਮੀਨਿੰਗ ਚੈੱਕ ਕਰਿਓ ਇਹ, ਠੀਕ ਹੈ। ਮੇਰੇ ਕੋਲ ਇੰਨਾ ਸਮਾਂ ਨਹੀਂ ਸੀ, ਮੈਂ ਭੁੱਲ ਗਿਆ, ਨਹੀਂ ਮੈਂ ਤੁਹਾਨੂੰ ਜ਼ਰੂਰ ਦੱਸਦਾ। ਸਾਈਬਰ ਵੈਂਟਿੰਗ ਔਨ ਦੀ ਅਦਰ ਹੈਂਡ ਇਜ਼, ਇਹ ਤੁਸੀਂ ਨੇ ਕਮੈਂਟ ਦੇ ਵਿੱਚ ਲਿਖਿਓ ਇੰਟੀਮੇਟ ਪਾ ਕੇ ਉਹਦਾ ਮੀਨਿੰਗ ਕੀ ਹੈ। ਹਿਊਮੀਲੇਟ
ਹਿਊਮਿਲੇਟ ਦਾ ਤਾਂ ਮੈਨੂੰ ਥੋੜਾ ਜਿਹਾ ਪਤਾ ਹੈ, ਪਰ ਮੈਨੂੰ ਦੱਸਣਾ ਨਹੀਂ ਆਉਂਦਾ ਹਿਊਮਿਲੇਟ ਕਰਨਾ, ਹਨਾ, ਕਿਸੇ ਨੂੰ। ਸਾਈਬਰ ਵੈਂਟਿੰਗ ਔਨ ਦੀ ਅਦਰ ਹੈਂਡ ਇਜ਼ ਮੋਰ ਜਨਰਲਾਈਜ਼ਡ ਐਂਡ focus on expressing personal emotions or grievances without specifically targeting anyone। ਕਹਿੰਦਾ ਕਿਸੇ ਨੂੰ ਟਾਰਗੇਟ ਕਰੇ ਬਿਨਾ ਹੀ ਪਰਸਨਲ ਹੁੰਦਾ ਤੇ ਉਹਦੇ ਵਿੱਚ ਟਾਰਗੇਟ ਹੁੰਦਾ। ਤੀਸਰਾ ਵੀ ਇਹਦੇ ਨਾਲ ਦੇ ਇੰਪੈਕਟ ਕੀ ਹੁੰਦਾ, ਸਾਈਬਰ abuse has harmful effect on target individual causing emotional distress ਹੋ ਜਾਂਦਾ, ਐਂਗਜ਼ਾਇਟੀ ਹੋ ਜਾਂਦੀ ਹੈ ਬੰਦੇ ਨੂੰ, ਔਰ ਅਦਰ ਨੈਗੇਟਿਵ consequences, ਉਹਦੇ ਬਹੁਤ ਸਾਰੇ consequences ਨੈਗੇਟਿਵ ਹੋ ਸਕਦੇ ਨੇ। it can result in lasting psychological effect and damage to one's well-being। ਕਿਸੇ ਦਾ ਕਹਿੰਦਾ ਅਸੀਂ ਪਰਸਨਲੀ ਉਹਦੀ ਰੈਪੋ ਤੇ ਵੀ ਟਾਰਗੇਟ ਹੋ ਸਕਦਾ ਤੇ ਉਹਦੀ ਇਮੇਜ ਡਾਊਨ ਹੋ ਸਕਦੀ ਹੈ। ਸਾਈਬਰ ਵੈਂਟਿੰਗ ਵਾਈਲ ਇਟ ਮੇ ਇਨਵੋਲਵ ਵੈਂਟਿੰਗ ਨੈਗੇਟਿਵ ਇਮੋਸ਼ਨ is primarily a personal release or catharsis and does not directly cause harm to others। ਆ ਵੀ ਦੇਖਿਓ ਕੈਥਰਾਈਸਿਸ ਕੀ ਹੁੰਦਾ ਹੈ ਨਾ। ਸੋ ਇਹਦੇ ਵਿੱਚ ਕਹਿੰਦਾ ਇਹ ਹੁੰਦਾ ਵੀ ਆਪਣੇ ਹੀ ਨੈਗੇਟਿਵ ਇਮੋਸ਼ਨ ਨੂੰ ਰਿਲੀਜ਼ ਕਰ ਦੇਣਾ। ਤਾਂ ਮੈਨੂੰ ਲੱਗਦਾ ਗੱਲ ਸਮਝ ਲੱਗ ਗਈ ਹੋਣੀ ਆਪਾਂ ਨੂੰ ਸਾਈਬਰ ਵੈਂਟਿੰਗ ਤੇ ਅਬਿਊਜ਼ ਦੇ ਵਿੱਚ। ਕਹਿੰਦਾ ਫਿਰ ਹੁਣ ਸਵਾਲ ਹੈ ਆਪਣਾ, ਯੂਜ਼ਿੰਗ ਏ ਵੈਬਸਾਈਟ ਟੂ ਪੋਰ ਆਊਟ ਵਨਸ ਗ੍ਰੀਵੈਂਸਿਸ ਇਜ਼ ਕਾਲਡ, ਫਿਰ ਇਹਦਾ ਆਨਸਰ ਹੈਗਾ ਇਹ ਸਾਈਬਰ ਵੈਂਟਿੰਗ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਅ ਟਾਈਪ ਆਫ ਸਾਈਫਰ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਾਈਫਰ ਹੈ? ਸਬਸਟੀਟਿਊਸ਼ਨ ਸਾਈਫਰ, ਟਰਾਂਸਪੋਜੀਸ਼ਨ ਸਾਈਫਰ। ਸੋ ਪਹਿਲਾਂ ਤਾਂ ਆਪਾਂ ਸਾਈਫਰ ਪੜ੍ਹਦੇ ਹਾਂ। ਸਾਈਫਰ ਕੀ ਹੁੰਦਾ ਹੈ? ਸਾਈਫਰ ਇਜ਼ ਅ ਸਪੈਸਿਫਿਕ ਮੈਥਡ ਔਰ ਐਲਗੋਰਿਥਮ ਯੂਜ਼ ਟੂ ਇਨਕ੍ਰਿਪਟ ਐਂਡ ਡੀਕ੍ਰਿਪਟ ਡੇਟਾ ਔਰ ਮੈਸੇਜ। ਇਹ ਲੈਵਲ 1 ਤੇ ਲੈਵਲ 2 ਚ ਮੈਂ ਚੰਗੀ ਤਰ੍ਹਾਂ ਦੱਸ ਚੁੱਕਿਆ ਵੀ ਸਾਈਫਰ ਦਾ ਮੀਨਿੰਗ ਹੁੰਦਾ ਹੈ ਕਿ ਜਿਹੜਾ ਰੀਡੇਬਲ ਡੇਟਾ ਹੁੰਦਾ ਉਹਨੂੰ ਅਨਰੀਡੇਬਲ ਫਾਰਮ ਚ ਕਨਵਰਟ ਕਰ ਦਿੰਦੇ ਆ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ। The process of encryption involves transforming the original data known as plain text into different form called cipher text। ਜਿਵੇਂ hello ਹੈਗਾ, ਇਹ ਤਾਂ ਹੈਗਾ plain text, ਇਹ ਰੀਡੇਬਲ ਹੈ। ਇਹਨੂੰ ਆਪਾਂ ਕਨਵਰਟ ਕਰ ਦਈਏ $@#2 ਤੇ 4, ਤਾਂ ਇਹ ਹੋ ਗਿਆ ਅਨਰੀਡੇਬਲ। ਇਹਨੂੰ ਅਸੀਂ ਬੋਲਾਂਗੇ plain text ਤੇ ਇਹ ਬਣ ਗਿਆ ਆਪਣੇ ਕੋਲੇ ਸਾਈਫਰ ਟੈਕਸਟ। ਇਹ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਲੈਵਲ 1 ਤੇ 2 ਚ ਮੈਂ ਬਹੁਤ ਡਿਟੇਲ ਦੇ ਵਿੱਚ ਚੀਜ਼ਾਂ ਇਹ ਦੱਸੀਆਂ ਹੋਈਆਂ ਨੇ। ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਲੈਵਲ 2 ਜ਼ਰੂਰ ਦੇਖੋ। ਹੁਣ ਸਮਾਂ ਥੋੜਾ ਹੈ, ਸਬ ਇੰਸਪੈਕਟਰ ਵਾਸਤੇ ਜਾ ਰਹੇ ਹੋ ਤਾਂ ਲੈਵਲ 2 ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਬੇਸਿਕ ਤਾਂ ਤੁਸੀਂ ਬਾਕੀ ਚੈਨਲਾਂ ਤੋਂ ਵੀ ਕੀਤਾ ਹੀ ਹੋਣਾ, ਬੇਸਿਕ ਤਾਂ ਬਹੁਤ ਬੰਦਿਆਂ ਨੇ ਕਰਾਇਆ ਹੋਇਆ। ਸੋ ਇਹ ਥੋੜੇ ਜਿਹੇ ਲੈਵਲ ਦਾ ਸੀ ਜਿਹੜਾ ਇਹ ਮੈਨੂੰ ਕਾਫੀ ਬੱਚਿਆਂ ਨੇ ਕਿਹਾ ਵੀ ਇਹ ਲੈਵਲ ਦਾ ਜਿਹੜਾ ਕੰਮ ਹੈਗਾ ਇਹ ਨਹੀਂ ਹੋਇਆ, ਤਾਂ ਕਰਕੇ ਆਪਾਂ ਜ਼ਿਆਦਾ ਡਿਟੇਲ 'ਚ ਜਾ ਰਹੇ ਹਾਂ। which is unreadable without the appropriate key or algorithm to reverse the encryption। ठीक है, the process of encryption involves transforming the original data known as plain text into different form called ciphertext which is unreadable। ਜਿਹੜਾ ਕਿ unreadable ਹੁੰਦਾ ਹੈ without the appropriate key, ਬਿਨਾਂ ਕਿਸੇ ਚਾਬੀ ਤੋਂ ਪੜਿਆ ਨਹੀਂ ਜਾ ਸਕਦਾ, ਔਰ algorithm to reverse the encryption, ਜੇ ਕੋਈ ਚਾਬੀ ਵਗੈਰਾ ਲੱਗੂਗੀ ਫਿਰ ਹੀ ਇਹ ਰੀਡ ਕੀਤਾ ਜਾ ਸਕਦਾ। Decryption on the other hand is the process of converting the ciphertext, ਇਹਨੂੰ ਵਾਪਸ ਇਹਦੇ ਵਿੱਚ ਲੈ ਕੇ ਆਉਣਾ back into plain text using correct key or algorithm। ਇੱਕ correct key ਤੇ algorithm use ਕਰਕੇ ਹੀ ਇਹਨੂੰ decrypt ਕੀਤਾ ਜਾ ਸਕਦਾ। ਠੀਕ ਹੈ। Cipher can operate on various levels such as individual letters, group of letters or block of data। ਸਾਈਫਰ ਕਹਿੰਦਾ ਕਿਸੇ ਇੰਡੀਵਿਜੂਅਲ ਲੈਟਰ ਤੇ ਹੋ ਸਕਦਾ, ਗਰੁੱਪ ਆਫ ਲੈਟਰ ਤੇ ਹੋ ਸਕਦਾ ਤੇ ਬਲੌਕ ਆਫ ਡੇਟਾ ਤੇ ਹੋ ਸਕਦਾ। ਇਹਦੇ ਵਿੱਚ ਬਹੁਤ ਸਾਰੇ ਮੈਥਮੈਟੀਕਲ ਆਪਰੇਸ਼ਨ ਹੋ ਸਕਦੇ ਨੇ, ਟਰਾਂਸਫੋਰਮੇਸ਼ਨ ਹੋ ਸਕਦੀਆਂ ਨੇ, ਜਿਵੇਂ ਆਪਾਂ ਟਰਾਂਸਫਾਰਮ ਕੀਤਾ ਸੀ ਹੈਲੋ ਨੂੰ, ਸਬਸਟੀਟਿਊਸ਼ਨ ਹੋ ਸਕਦੀਆਂ ਨੇ, ਇੱਕ ਸ਼ਬਦ ਦੀ ਥਾਂ ਤੇ ਦੂਜਾ ਸਬਸਟੀਟਿਊਟ ਕੀਤਾ ਹੋ ਸਕਦਾ ਹੈ, ਟਰਾਂਸਪੋਜੀਸ਼ਨ ਹੋ ਸਕਦੀ ਹੈ, ਕਮਿਊਨੀਕੇਸ਼ਨ ਹੋ ਸਕਦੀ ਹੈ, ਕਮਿਊਨੀਕੇਸ਼ਨ ਨਹੀਂ ਕੰਬੀਨੇਸ਼ਨ ਹੋ ਸਕਦੇ ਨੇ, ਪਰਮਿਊਟੇਸ਼ਨ ਤੇ ਲੱਗ ਸਕਦੀਆਂ ਨੇ ਸਾਰੀਆਂ, ਹਨਾ। ਸਾਈਫਰ ਕੈਨ ਬੀ ਕੈਟਾਗਰਾਈਜ਼ਡ ਇਨਟੂ ਡਿਫਰੈਂਟ ਟਾਈਪਸ ਬੇਸਡ ਔਨ देयर ਕਰੈਕਟਰਸ ਐਂਡ ਟੈਕਨੀਕਸ। ਇਹ ਸਾਰੀਆਂ ਕਰੈਕਟਰਸ ਤੇ ਟੈਕਨੀਕਸ ਦੇ ਬੇਸ ਤੇ ਇਹ ਬਹੁਤ ਟਾਈਪ ਦਾ ਹੋ ਸਕਦਾ ਹੈ। ਸਮ ਕਾਮਨ ਟਾਈਪਸ ਕਿਹੜੀਆਂ ਹੋ ਸਕਦੀਆਂ ਨੇ? ਸਬਸਟੀਟਿਊਸ਼ਨ ਸਾਈਫਰ, ਟਰਾਂਸਪੋਜੀਸ਼ਨ, ਸਿਮੈਟ੍ਰਿਕ ਕੀ ਸਾਈਫਰ। ਇਹ ਚਲੋ ਆਪਾਂ 1 ਬਾਈ 1 ਕਰਕੇ ਪੜ੍ਹਦੇ ਹਾਂ। ਇਹਨੂੰ ਦੋ ਮੇਨ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ, ਟ੍ਰੈਡੀਸ਼ਨਲ ਸਾਈਫਰ ਟੈਕਨੀਕਸ ਐਂਡ ਮਾਡਰਨ ਸਾਈਫਰ ਟੈਕਨੀਕਸ। ਟ੍ਰੈਡੀਸ਼ਨਲ ਜਿਹੜੀਆਂ ਕਿ ਅੱਜ ਵਰਗੇ ਜਿਹੜੇ ਐਲਗੋਰਿਥਮ ਨੇ ਉਹ ਨਹੀਂ ਯੂਜ਼ ਹੁੰਦੇ ਸੀ, ਪੁਰਾਣੇ ਸਮੇਂ ਦੇ ਵਿੱਚ ਯੂਜ਼ ਹੁੰਦੀਆਂ ਸੀ, ਉਹ ਕਿਹੜੀਆਂ ਨੇ? ਸਬਸਟੀਟਿਊਸ਼ਨਲ ਸਾਈਫਰ ਤੇ ਦੂਸਰੀ ਹੈਗੀ ਆਪਣੇ ਕੋਲੇ ਟਰਾਂਸਪੋਜੀਸ਼ਨਲ ਸਾਈਫਰ। ਪਹਿਲਾਂ ਸਬਸਟੀਟਿਊਸ਼ਨਲ ਸਾਈਫਰ ਦੀਆਂ ਫਰਦਰ ਟਾਈਪ ਹੋ ਸਕਦੀਆਂ ਨੇ, ਦੋ ਟਾਈਪ ਦੀਆਂ ਨੇ ਇਹ, ਸਬਸਟੀਟਿਊਸ਼ਨਲ ਸਾਈਫਰ ਤੇ
ट्रांसपोजिशनल। हुण सबस्टिट्यूशन का मतलब की हुंदा है? These cipher involve replacing each letter of the plain text with another letter or symbol according to the predetermined substitution key। ਜਿਵੇਂ ਆਪਾਂ ਕਹਿ ਦਈਏ CAT ਕੈਟ ਹੈ ਨਾ, ਇਹਨੂੰ ਆਪਾਂ 2 ਦੇ ਪਲੱਸ ਨਾਲ ਰਿਪਲੇਸ ਕਰਤਾ। C ਤੋਂ ਬਾਅਦ E ਆ ਗਿਆ, C D ਤੋਂ ਬਾਅਦ E, A ਤੋਂ ਬਾਅਦ B, C ਆ ਗਿਆ, T ਤੋਂ ਬਾਅਦ T U ਤੇ B ਹੋ ਗਿਆ, ਹੈ ਨਾ। 2 ਦਾ ਰੈਫਰੈਂਸ ਪਲੱਸ 2 ਕੀਤਾ ਇਹਦੇ ਵਿੱਚ, ਤਾਂ ਇਹ ਹੋ ਗਿਆ ਸਬਸਟੀਟਿਊਸ਼ਨਲ। ਕਿਸੇ ਪ੍ਰੀ ਡਿਫਾਈਨਡ ਸਿੰਬਲ ਜਾਂ ਪ੍ਰੀ ਡਿਫਾਈਨਡ ਕੋਈ ਐਲਗੋਰਿਥਮ ਹੋ ਸਕਦਾ ਹੈ ਉਸ ਤਰੀਕੇ ਦੇ ਨਾਲ, ਹੈ ਨਾ। ਸੋ ਇਹਦੀਆਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ, ਜਿਵੇਂ ਸੀਜ਼ਰ ਸਾਈਫਰ ਹੈ, ਬਿਗਨੇਰੇ ਸਾਈਫਰ ਹੈ, ਪਲੇਫੇਅਰ ਸਾਈਫਰ ਹੈ, ਪੋਲੀਬੇਸ ਸਕੁਆਇਰ ਹੈ, ਐਟਵਾਸ ਸਾਈਫਰ ਹੈ, ਐਫਿਨ ਸਾਈਫਰ ਹੈ। ਇੱਥੇ ਆਰ ਪੈਣਾ ਸੀਗਾ, ਸਾਈਫਰ, ਹੈ ਨਾ। ਸੋ ਇਹ ਸਾਰੀਆਂ ਟੈਕਨੀਕ ਨੇ ਜਿਹੜੀਆਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਕਿਉਂਕਿ ਉਹਨੇ ਸਬਸਟੀਟਿਊਸ਼ਨ ਪੁੱਛ ਲਿਆ ਤਾਂ ਸਬਸਟੀਟਿਊਸ਼ਨ ਦੀਆਂ ਕਿਹੜੀਆਂ ਟਾਈਪ ਹੁੰਦੀਆਂ ਨੇ ਇਹ ਆਪਾਂ ਨੂੰ ਪੁੱਛ ਸਕਦਾ ਹੈ। ਇਹਨਾਂ ਦੀ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਐਵੇਂ ਦਾ ਸਵਾਲ ਨਹੀਂ ਪੁੱਛਿਆ ਗਿਆ। ਇਹ ਸਾਨੂੰ ਨੈਟਵਰਕ ਸਿਕਿਉਰਿਟੀ ਦੇ ਵਿੱਚ ਅਸੀਂ ਬਹੁਤ ਡੀਪ ਦੇ ਵਿੱਚ ਪੜ੍ਹਦੇ ਹਾਂ ਚੀਜ਼ਾਂ, ਵੀ ਕਿਵੇਂ ਇਹ ਅਸਲ ਦੇ ਵਿੱਚ ਇਹ ਕਿਵੇਂ ਪਰਫਾਰਮ ਹੁੰਦੀਆਂ ਨੇ। ਆਪਾਂ ਨੂੰ ਹਜੇ ਤੱਕ ਲੋੜ ਨਹੀਂ ਹੈ, ਜੇ ਅਗਲੀ ਵਾਰੀ ਕਿਤੇ ਪਾਉਂਦਾ ਹੈ ਤੇ ਫਿਰ ਆਪਾਂ ਬੈਠੇ ਹਾਂ, ਕੋਈ ਨਹੀਂ, ਅਗਲੀ ਵਾਰੀ ਨੂੰ ਫਿਰ ਕਰਾਵਾਂਗੇ। ਨਹੀਂ, ਹੁਣ ਐਵੇਂ ਵੀਡੀਓ ਲੰਬੀ ਹੋ ਜੂ, ਗੱਲੇ ਮੈਥਡ ਤੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈ। ਅਗਲਾ ਦੂਸਰਾ ਹੁੰਦਾ ਟਰਾਂਸਪੋਜੀਸ਼ਨਲ। ਟਰਾਂਸਪੋਜੀਸ਼ਨ ਕੀ ਹੁੰਦਾ? ਦੀ ਸਾਈਫਰ ਰੀਅਰੇਂਜ ਦੀ ਆਰਡਰ ਆਫ ਦੀ ਕਰੈਕਟਰ ਇਨ ਦਾ ਪਲੇਨ ਟੈਕਸਟ ਵਿਦਾਊਟ ਚੇਂਜਿੰਗ ਦੀ ਕਰੈਕਟਰ ਦੈਮਸੈਲਫ। ਜਿਵੇਂ ਆਪਾਂ ਹੈਲੋ ਕੀਤਾ ਸੀ, ਹਨਾ, ਹੈਲੋ ਨੂੰ ਆਪਾਂ ਚੇਂਜ ਕੀਤਾ ਸੀ, ਇਹ ਕਹਿੰਦਾ ਤੁਸੀਂ ਰੀਅਰੇਂਜ ਕਰ ਦਿਓ। ਉਹ ਅੱਗੇ ਆ ਗਿਆ, ਐਚ ਦੂਜੇ ਨੰਬਰ ਤੇ ਵਗ ਗਿਆ, ਈ ਐਂਡ ਤੇ ਵਗ ਗਿਆ, ਤੇ ਐਲ ਆਹ ਵਾਲਾ ਇੱਥੇ ਆ ਗਿਆ, ਤੇ ਆਹ ਵਾਲਾ ਇੱਥੇ ਆ ਗਿਆ। ਕਿਸੇ ਸਪੈਸੀਫਿਕ ਡਿਫਾਈਨਡ ਪ੍ਰੋਸੀਜਰ ਦੇ ਨਾਲ ਜੇ ਆਪਾਂ ਲੈਟਰ ਦੀ ਰੀਅਰੇਂਜ ਕਰ ਦਾਂਗੇ, ਉਹ ਟਰਾਂਸਪੋਜੀਸ਼ਨ ਹੁੰਦੇ ਨੇ। ਟਰਾਂਸਪੋਜੀਸ਼ਨ ਦੀਆਂ ਜਿਵੇਂ ਰੇਲ ਫੈਂਸ ਹੋ ਗਿਆ, ਕੋਲਮਨਾਰ ਹੋ ਗਿਆ, ਰੂਟ ਸਾਈਫਰ ਹੋ ਗਿਆ, ਤੇ ਮਾਈਜਸਕੋਵਸਕੀ ਸਾਈਫਰ, ਪਤਾ ਨਹੀਂ ਕੀ ਹੈ ਇਹ, ਤੁਸੀਂ ਦੇਖ ਲਿਓ ਨਾ। ਤੇ ਫ੍ਰੈਕਸ਼ਨੇਟਡਸ, ਮੋਰਸ ਸਾਈਫਰ। ਇਹ ਔਖੇ ਨਾਮ ਨੇ ਬੜੇ, ਬੰਦਿਆਂ ਦੇ ਨਾਮ ਨੇ ਜਿਨ੍ਹਾਂ ਨੇ ਬਣਾਏ ਨੇ, ਉਹਨਾਂ ਦੇ ਨਾਮ ਤੇ ਚੀਜ਼ਾਂ ਚੱਲਦੀਆਂ ਨੇ, ਹਨਾ। ਸੋ ਇਹਨਾਂ ਦਾ ਸਕਰੀਨਸ਼ਾਟ ਲੈ ਲਿਓ। ਸੋ ਮਾਡਰਨ ਸਾਈਫਰ ਟੈਕਨੀਕਸ ਕਿਹੜੀਆਂ ਨੇ ਉਹ ਵੀ ਆਪਾਂ ਪੜ੍ਹ ਲੈਂਦੇ ਹਾਂ। ਜਿਵੇਂ ਬਲੌਕ ਸਾਈਫਰ ਹੈ, ਦੀ ਸਾਈਫਰ ਪ੍ਰੋਸੈਸ plain text in a fixed size block, the cipher process the plain text in fixed size block। ਕਹਿੰਦਾ ਇਹਦੇ ਵਿੱਚ ਡੇਟਾ ਨੂੰ ਕਿਸੇ ਫਿਕਸ ਸਾਈਜ਼ ਦੇ ਵਿੱਚ ਕੀਤਾ ਜਾਂਦਾ ਐਨ encrypt each block individually। ਕਹਿੰਦਾ ਇਹ ਫਿਕਸਡ ਸਾਈਜ਼ ਦੇ ਬਲੌਕ ਬਣਾ ਦਿੰਦਾ ਡੇਟਾ ਦੇ। ਮੰਨ ਲਓ ਸਾਡੇ ਕੋਲੇ 10 ਪੇਜ ਨੂੰ ਅਸੀਂ ਇਨਕ੍ਰਿਪਟ ਕਰਨਾ, ਇੱਕ ਪੇਜ ਦੇ ਇਹ 2 3 ਬਲੌਕ ਬਣਾ ਦੂਗਾ ਫਿਕਸ ਸਾਈਜ਼ ਦੇ। ਡਿਪੈਂਡ ਕਰਦਾ ਵੀ ਬਲੌਕ ਦਾ ਸਾਈਜ਼ 128 ਬਿਟ ਹੋ ਸਕਦਾ ਹੈ, 64 ਬਿਟ ਹੋ ਸਕਦਾ ਹੈ, ਆਪਣੇ ਕੋਲ 256 ਬਿਟ ਹੋ ਸਕਦਾ ਹੈ। ਇਹਦੇ ਤੇ ਵੀ ਸਵਾਲ ਆਇਆ ਹੋਇਆ, ਉਹ ਆਪਾਂ ਦੂਜੇ ਤੀਜੇ ਪਾਰਟ ਦੇ ਵਿੱਚ ਕਰਾਂਗੇ ਵੀ ਕਿਹੜੇ ਐਲਗੋਰਿਥਮ, ਜਿਵੇਂ AES ਦੇ ਵਿੱਚ ਬਲੌਕ ਸਾਈਜ਼ ਕਿੰਨਾ ਹੁੰਦਾ ਹੈ, ਕੀ ਸਾਈਜ਼ ਕਿੰਨਾ ਹੁੰਦਾ, ਇਹ ਸਵਾਲ ਪੁੱਛੇ ਹੋਏ ਨੇ। ਅੱਗੇ ਵਾਲੀਆਂ ਵੀਡੀਓ ਦੇ ਨਾਲ ਵੀ ਜੁੜੇ ਰਹੋ, ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਕਰਕੇ ਫਿਰ ਤੁਹਾਡੀਆਂ ਸਕਿਪ ਹੋ ਜਾਣਗੀਆਂ ਵੀਡੀਓ, ਹਨਾ। ਸੋ ਜੇ ਪਹਿਲੀ ਵਾਰੀ ਜੁੜੇ ਹੋ ਤਾਂ ਸਬਸਕ੍ਰਾਈਬ ਕਰ ਲਓ, ਤੇ ਦੋਸਤਾਂ ਮਿੱਤਰਾਂ ਨਾਲ ਆਪਣੇ ਨਾਲ ਸ਼ੇਅਰ ਵੀ ਕਰ ਦਿਆ ਕਰੋ, ਹਨਾ। ਸੋ AES is example of widely used block cipher। ਇਹ block cipher ਹੈ ਨਾ। ਦੂਸਰਾ ਹੈ ਸਟ੍ਰੀਮ ਸਾਈਫਰ। ਸਟ੍ਰੀਮ ਸਾਈਫਰ ਦੇ ਵਿੱਚ ਬਿਟ ਬਾਈ ਬਿਟ ਜਾਂ ਬਾਈਟ ਬਾਈ ਬਾਈਟ, ਜਿਵੇਂ 10 ਪੇਜ ਨੇ ਉਹਦੇ ਵਿੱਚ ਪਹਿਲੀ ਲਾਈਨ ਆਈ ਕੀਤੀ, ਦੂਜੀ ਆਈ ਕੀਤੀ, ਜਾਂ ਬਿਟ ਬਾਈ ਬਿਟ ਇੱਕ ਇੱਕ ਕਰੈਕਟਰ ਬਾਈ ਕੀਤਾ। ਇਹਦੀ ਐਗਜ਼ਾਮਪਲ ਹੈ RC ਐਲਗੋਰਿਥਮ। ਇਹ ਵੀ ਆਪਾਂ ਅੱਗੇ ਦੇਖਾਂਗੇ ਵੀ ਕਿਹੜੇ ਕਿਹੜੇ ਐਲਗੋਰਿਥਮ, ਵੈਸੇ ਆਪਾਂ ਥੋੜੇ ਜਿਹੇ ਪੜ੍ਹ ਚੁੱਕੇ ਹਾਂ ਵੀ ਸਿਮੈਟ੍ਰਿਕ ਕੀ ਐਨਕ੍ਰਿਪਸ਼ਨ ਦੇ ਐਲਗੋਰਿਥਮ ਕਿਹੜੇ ਨੇ, ਏਸਿਮੈਟ੍ਰਿਕ ਦੇ ਕਿਹੜੇ ਨੇ, ਹਨਾ। ਸੋ ਤੀਸਰਾ ਹੈਗਾ ਸਿਮੈਟ੍ਰਿਕ ਕੀ ਸਾਈਫਰ। ਸਿਮੈਟ੍ਰਿਕ ਨੂੰ ਸੀਕ੍ਰੇਟ ਵੀ ਬੋਲਦੇ ਆ, ਆਪਾਂ ਪੜ੍ਹ ਚੁੱਕੇ ਹਾਂ ਇਸ ਤੋਂ ਪਹਿਲਾਂ ਲੈਵਲ 2 ਦੇ ਵਿੱਚ। ਇਹਦੇ ਵਿੱਚ 2 ਐਲਗੋਰਿਥਮ ਆਉਂਦੇ ਨੇ, ਡੈਸ ਤੇ AES, ਜਾਂ ਸੇਮ ਕੀ ਯੂਜ਼ ਹੁੰਦੀ ਹੈ ਐਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਵਾਸਤੇ। ਏਸਿਮੈਟ੍ਰਿਕ ਦੇ ਵਿੱਚ ਇਹਨੂੰ ਪਬਲਿਕ ਕੀ ਇਨਕ੍ਰਿਪਸ਼ਨ ਬੋਲਦੇ ਆ। ਪੇਅਰ ਆਫ ਮੈਥਮੈਟਿਕਲੀ ਰਿਲੇਟਡ ਕੀਜ਼ ਹੁੰਦੀਆਂ ਨੇ, ਪਬਲਿਕ ਕੀ ਇਨਕ੍ਰਿਪਸ਼ਨ ਲਈ ਹੁੰਦੀ ਹੈ, ਪ੍ਰਾਈਵੇਟ ਕੀ ਡੀਕ੍ਰਿਪਸ਼ਨ ਦੇ ਲਈ ਹੁੰਦੀ ਹੈ। ਇਹਦੀ ਐਗਜ਼ਾਮਪਲ ਹੈ ਜਿਵੇਂ RSA ਤੇ ਐਲਿਪਟਿਕ ਕਰਵ ਕ੍ਰਿਪਟੋਗ੍ਰਾਫੀ, ECC ਐਲਗੋਰਿਥਮ ਨੇ। ਇੱਕ ਡਿਫੀ-ਹਿਲਮਨ ਵੀ ਉਹ ਆਪਾਂ ਕੀਤੀਆਂ ਹੋਈਆਂ ਨੇ ਸਾਰੀਆਂ। ਅੱਗੇ ਹੈਗਾ ਹੈਸ਼ ਫੰਕਸ਼ਨ, ਇਹ ਵੀ ਆਪਾਂ ਲੈਵਲ 2 ਦੇ ਵਿੱਚ ਚੰਗੀ ਤਰ੍ਹਾਂ ਕੀਤਾ ਗਿਆ। ਇਹ ਕਹਿੰਦਾ ਵੀ ਸਾਈਫਰ ਤਾਂ ਨਹੀਂ ਹੈਗਾ, ਬਟ ਆਰ ਕ੍ਰਿਪਟੋਗ੍ਰਾਫਿਕ ਐਲਗੋਰਿਥਮ ਯੂਜ਼ ਟੂ ਜਨਰੇਟ ਫਿਕਸ ਸਾਈਜ਼ ਆਊਟਪੁੱਟ। ਤਾਂ ਇਹ ਕਿਸੇ ਫਿਕਸਡ ਸਾਈਜ਼ ਆਊਟਪੁੱਟ ਨੂੰ ਜਨਰੇਟ ਕਰਨ ਲਈ ਯੂਜ਼ ਕੀਤਾ ਜਾਂਦਾ ਹੈ, ਕਾਲਡ ਹੈਸ਼ ਵੈਲਿਊ ਔਰ ਮੈਸੇਜ ਡਾਈਜੈਸਟ। ਇਹਦੇ ਲਈ ਵੀ ਆਪਾਂ ਕਰਾਂਗੇ ਵੀ, ਮੈਂ ਤੁਹਾਨੂੰ ਕਰਵਾਉਂਗਾ ਇਹ ਦੁਬਾਰਾ, ਵੀ ਥੋੜਾ ਜਿਹਾ ਦੱਸਿਆ ਸੀ, ਅਗਲੇ ਆਉਣ ਵਾਲੇ ਪਾਰਟਸ ਦੇ ਵਿੱਚ ਦੱਸੂਗਾ ਵੀ ਹੈਸ਼ ਐਲਗੋਰਿਥਮ ਕੀ ਹੁੰਦਾ ਹੈ, ਮੈਸੇਜ ਡਾਈਜੈਸਟ ਕੀ ਹੁੰਦਾ। ਇਹਦੇ ਤੇ ਵੀ ਸਵਾਲ ਪੁੱਛਿਆ ਗਿਆ,
ਕਾਮਨਲੀ ਜਿਵੇਂ SHA 256 ਤੇ MD5 ਇਹ ਯੂਜ਼ ਕੀਤੇ ਜਾਂਦੇ ਨੇ ਹਨਾ। ਸੋ ਲਾਸਟ ਹੈਗਾ ਜੀ ਵਨ ਟਾਈਮ ਪੈਡ। This is a type of encryption that use random key that is at least as long as the plain text। ਕਹਿੰਦਾ ਉਹ ਇੰਨੀ ਵੱਡੀ ਹੁੰਦੀ ਹੈ ਜਿੰਨੀ ਕਿ plain text ਦਾ ਡੇਟਾ ਹੁੰਦਾ। It provide perfect secrecy if used correctly। ਜੇ ਸਹੀ ਵਰਤੀ ਜਾਵੇ ਤਾਂ perfect secrecy use ਕਰਦਾ। ਤਾਂ ਇਹ ਮਾਡਰਨ ਸਾਈਫਰ ਟੈਕਨੀਕ ਸੀਗੀਆਂ, ਆਪਾਂ ਦੋਨੇ ਪੜ੍ਹ ਲਈਆਂ, ਟ੍ਰੈਡੀਸ਼ਨਲ ਪੜ੍ਹ ਲਈਆਂ, ਦੋ ਸਬਸਟੀਟਿਊਸ਼ਨ ਤੇ ਟਰਾਂਸਪੋਜੀਸ਼ਨ ਉਹਨਾਂ ਦੀਆਂ ਫਰਦਰ ਟਾਈਪ ਪੜ੍ਹ ਲਈਆਂ ਤੇ ਮਾਡਰਨ ਵੀ ਪੜ੍ਹ ਲਈਆਂ। ਤਾਂ ਹੁਣ ਜੇ ਸਵਾਲ ਤੁਹਾਨੂੰ ਜਿਵੇਂ ਮਰਜ਼ੀ ਪੁੱਛ ਲੇ ਸਾਈਫਰ ਦੀਆਂ ਟੈਕਨੀਕਸ ਹੈਗੀਆਂ ਨੇ ਇਹ ਦੋਨੋਂ, ਤਾਂ ਆਨਸਰ ਸੀ ਆ ਜਾਊਗਾ ਬੋਥ 1 ਐਂਡ 2। ਅਗਲਾ ਸਵਾਲ ਹੈ ਕਹਿੰਦਾ ਵਿਚ ਆਫ ਦੀ ਫੋਲੋਇੰਗ ਆਰ ਟਾਈਪਸ ਆਫ ਵਾਇਰਸਸ। ਇਹ ਵੀ ਬਹੁਤ ਵਧੀਆ ਇੰਪੋਰਟੈਂਟ ਸਵਾਲ ਸੀਗਾ। ਸੋ ਬੇਸਿਕ ਦੇ ਵਿੱਚ ਆਪਾਂ ਇਹ ਕਵਰ ਨਹੀਂ ਕੀਤਾ ਕਿਉਂਕਿ ਜ਼ਿਆਦਾ ਡੀਪ ਚ ਵੜ ਗਿਆ ਉਹ ਵੀ ਟਾਈਪਸ ਪੁੱਛ ਲਈਆਂ, ਬੇਸਿਕ ਦੇ ਵਿੱਚ ਟਾਈਪਸ ਉਹ ਨਹੀਂ ਪੁੱਛਦਾ। ਵਿਚ ਆਫ ਦੀ ਫੋਲੋਇੰਗਸ ਆਰ ਟਾਈਪਸ ਆਫ ਵਾਇਰਸਸ। ਜਿਵੇਂ ਪਹਿਲਾ ਸਟੀਲਥ ਵਾਇਰਸਸ, ਦੂਸਰਾ ਪੋਲੀਮੋਰਫਿਕ ਵਾਇਰਸਸ, ਤੀਸਰਾ ਮਲਟੀਪਾਰਟਾਈਟ ਵਾਇਰਸਸ ਹਨਾ। ਸੋ ਇਹਨਾਂ ਨੂੰ ਆਪਾਂ ਦੇਖਦੇ ਹਾਂ 1 ਬਾਈ 1 ਕਰਕੇ। ਟਾਈਪਸ ਆਫ ਵਾਇਰਸਸ ਕਿਹੜੇ ਹੋ ਸਕਦੇ ਨੇ? ਪਹਿਲਾ ਜਿਵੇਂ ਫਾਈਲ ਇਨਫੈਕਟਰਸ, ਇਹ ਮੇਨਲੀ ਕੀ ਹੁੰਦੇ ਨੇ? ਥੀਸ ਵਾਇਰਸਸ ਇਨਫੈਕਟ ਐਗਜ਼ੀਕਿਊਟੇਬਲ ਫਾਈਲਸ। ਇਹ ਐਗਜ਼ੀਕਿਊਟੇਬਲ ਫਾਈਲਸ ਨੂੰ ਇਨਫੈਕਟ ਕਰਦੇ ਨੇ, ਜਿਵੇਂ .exe ਹੋ ਗਈਆਂ ਔਰ DLL ਫਾਈਲਸ। DLL ਕਿਹੜੀਆਂ ਹੁੰਦੀਆਂ ਨੇ? ਡਾਇਨਾਮਿਕ ਲਿੰਕ ਲਾਇਬ੍ਰੇਰੀਜ਼। .exe ਕਿਹੜੀਆਂ ਹੁੰਦੀਆਂ ਨੇ? ਐਗਜ਼ੀਕਿਊਟੇਬਲ ਫਾਈਲਸ। ਐਂਡ ਕੈਨ ਸਪਰੈਡ ਵੈਨ ਇਨਫੈਕਟਡ ਫਾਈਲਸ ਇਜ਼ ਐਗਜ਼ੀਕਿਊਟਡ। ਜਦੋਂ ਹੀ ਕਹਿੰਦਾ ਇਨਫੈਕਟਡ ਫਾਈਲਸ ਐਗਜ਼ੀਕਿਊਟ ਹੁੰਦੀਆਂ ਨੇ ਉਦੋਂ ਇਹ ਕਹਿੰਦਾ ਸਪਰੈਡ ਹੋ ਜਾਂਦੀਆਂ ਨੇ। ਤਾਂ ਇਹ ਯਾਦ ਰੱਖਣਾ ਫਾਈਲ ਇਨਫੈਕਟਰ। ਵੈਸੇ ਤਾਂ ਇਹਦਾ ਨਾਮ ਹੀ ਸਫੀਸ਼ੀਐਂਟ ਹੈ ਪਰ ਮੈਂ ਡਿਟੇਲ 'ਚ ਫਿਰ ਵੀ ਦੱਸ ਦਿੰਦਾ ਥੋੜਾ। ਅੱਗੇ ਹੋ ਗਿਆ ਬੂਟ ਸੈਕਟਰ ਵਾਇਰਸ। ਜਿਹੜਾ ਬੂਟ ਸੈਕਟਰ ਦੇ ਵਿੱਚ ਹੁੰਦਾ, ਹਾਰਡ ਡਿਸਕ ਦੇ ਵਿੱਚ ਹੋ ਗਿਆ, ਜਿਵੇਂ ਡਿਵਾਈਸ ਜਿਵੇਂ ਹਾਰਡ ਡਿਸਕ ਤੇ ਫਲੋਪੀ ਡਿਸਕ ਦੇ ਵਿੱਚ ਬੂਟ ਸੈਕਟਰ ਹੁੰਦਾ। ਬੂਟ ਸੈਕਟਰ ਦਾ ਕੀ ਕੰਮ ਹੈ? ਮੈਮਰੀ ਦੇ ਵਿੱਚ ਆਪਾਂ ਪੜ੍ਹਿਆ ਸੀ, ਜਿਹੜਾ ਕਿ ਆਪਰੇਟਿੰਗ ਸਿਸਟਮ ਨੂੰ ਲੋਡ ਕਰਦਾ, ਕਾਹਦੇ 'ਚ? ਰੈਮ ਦੇ ਵਿੱਚ ਲੋਡ ਕਰਦਾ। ਉਸ ਨੂੰ ਆਪਾਂ ਬੂਟ ਲੋਡਰ ਬੋਲ ਦਿੰਦੇ ਹਾਂ। ਜਿਹੜਾ ਕੰਪਿਊਟਰ ਬੂਟ ਲੋਡਰ ਤੋਂ ਬਿਨਾਂ ਚੱਲਦਾ ਹੀ ਨਹੀਂ, ਤਾਂ ਆਪਰੇਟਿੰਗ ਸਿਸਟਮ ਪਿਆ ਕਿੱਥੇ? ਉਹ ਬੂਟ ਸੈਕਟਰ ਹੁੰਦਾ। ਤਾਂ ਬੂਟ ਸੈਕਟਰ ਦੇ ਵਿੱਚ ਜੇਕਰ ਵਾਇਰਸ ਆ ਜਾਏ ਤਾਂ ਬੂਟ ਸੈਕਟਰ ਵਾਇਰਸ ਹੁੰਦਾ। ਮੈਕਰੋ ਵਾਇਰਸ, ਮੈਕਰੋ ਹੁੰਦਾ ਵੱਡੀਆਂ ਫਾਈਲਾਂ ਨੂੰ, ਜਿਵੇਂ ਡਾਕੂਮੈਂਟ, ਸਪਰੈਡਸ਼ੀਟ, ਐਕਸਲ ਫਾਈਲਾਂ, ਜੇ ਉੱਥੇ ਵੀ ਵਾਇਰਸ ਆ ਸਕਦਾ ਹੈ ਨਾ। ਫਿਰ ਹੋ ਗਿਆ ਪੋਲੀਮੋਰਫਿਕ ਵਾਇਰਸ। ਪੋਲੀਮੋਰਫਿਕ ਵਾਇਰਸ ਵੀ ਹੁੰਦਾ ਹੈ। ਕਿਹੜਾ ਹੁੰਦਾ ਹੈ? change their own code or signature to avoid detection by antivirus software। ਜਿਹੜਾ ਆਪਣੇ ਆਪ ਦੀਆਂ ਪ੍ਰੋਪਰਟੀਜ਼ ਚੇਂਜ ਕਰਦਾ ਰਹਿੰਦਾ, ਆਪਦੇ ਸਿਗਨੇਚਰ ਤੇ ਕੋਡ। ਜਿਵੇਂ ਸ਼ਕਤੀਮਾਨ ਆਪਾਂ ਦੇਖਦੇ ਹੁੰਦੇ ਸੀ, ਜਿਹੜਾ ਸ਼ਕਤੀਮਾਨ ਨਾਲ ਬੰਦਾ ਅਟੈਕ ਕਰਦਾ ਸੀ ਉਹ ਸ਼ਕਲ ਨਹੀਂ ਬਦਲ ਲੈਂਦਾ ਸੀ। ਕੋਈ ਵੀ ਬੰਦਾ ਉਹਨੂੰ ਮਿਲਦਾ ਸੀ ਉਹ ਸ਼ਕਲ ਉਹਦੇ ਵਰਗੀ ਕਰ ਲੈਂਦਾ ਸੀ। ਤਾਂ ਉਹਨੂੰ ਪੋਲੀਮੋਰਫਿਕ ਵਾਇਰਸ ਬੋਲਾਂਗੇ। ਜਿਹੜਾ ਵਾਇਰਸ ਆਪਦੀ ਸ਼ੇਪ ਤੇ ਸਾਈਜ਼ ਬਦਲ ਲੇ ਜਾਂ ਉਹਦੇ ਸਿਗਨੇਚਰ ਬਦਲ ਲੇ ਵੀ, ਤਾਂ ਕਰਕੇ ਉਹਨੂੰ ਆਇਡੈਂਟੀਫਾਈ ਕਰਨਾ ਔਖਾ ਹੋ ਜੇ ਐਂਟੀਵਾਇਰਸ ਦੁਆਰਾ, ਤਾਂ ਉਹਨੂੰ ਕੀ ਬੋਲਾਂਗੇ? ਪੋਲੀਮੋਰਫਿਕ। ਯਾਦ ਰੱਖਣਾ ਹੈ। ਅਗਲਾ ਹੋ ਗਿਆ ਸਟੀਲਥ ਵਾਇਰਸਸ। ਸਟੀਲਥ ਵਾਇਰਸਸ ਆਰ ਡਿਜ਼ਾਈਨ ਟੂ ਹਾਈਡ ਦੈਮਸੈਲਫ। ਇਹ ਕਹਿੰਦਾ ਆਪਦੇ ਆਪ ਨੂੰ ਲੁਕੋ ਕੇ ਰੱਖਦਾ, ਐਂਟੀਵਾਇਰਸ ਨੂੰ ਭਾਲ ਨਹੀਂ ਸਕਦਾ। ਤਾਂ ਹੀ ਸਟੀਲ, ਜਿਵੇਂ ਸਟੀਲ ਦਾ ਕਵਰ ਹੁੰਦਾ ਹੈ ਨਾ। ਮਲਟੀਪਾਰਟਾਈਟ ਵਾਇਰਸਸ। ਮਲਟੀਪਾਰਟਾਈਟ ਕੈਨ ਇਫੈਕਟ ਬੋਥ ਫਾਈਲਸ ਐਂਡ ਦੀ ਬੂਟ ਸੈਕਟਰ। ਕਹਿੰਦਾ ਨਾਰਮਲ ਫਾਈਲਾਂ ਨੂੰ ਤੇ ਬੂਟ ਸੈਕਟਰ ਨੂੰ ਵੀ ਇਹ ਇਨਫੈਕਟ ਕਰ ਸਕਦਾ। ਤਾਂ ਮਲਟੀਪਾਰਟਾਈਟ ਇਹ ਵੀ ਯਾਦ ਰੱਖਣਾ। ਅੱਗੇ ਆ ਗਿਆ ਵੋਮ। ਇਹ ਮੈਂ ਪਾਰਟ ਬੇਸਿਕ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਦੱਸਿਆ ਵੀ ਸੈਲਫ ਰੈਪਲੀਕੇਟਿੰਗ ਤੇ ਸੈਲਫ ਐਗਜ਼ੀਕਿਊਟੇਬਲ ਪ੍ਰੋਗਰਾਮ ਹੁੰਦੇ ਨੇ, ਜਿਨ੍ਹਾਂ ਦਾ ਮੇਨ ਮੋਟਿਵ ਹੁੰਦਾ ਇਹ ਰਿਸੋਰਸ ਈਟਿੰਗ ਕੈਪੇਬਿਲਿਟੀ ਹੁੰਦੀਆਂ ਨੇ। ਟਰੋਜਨ ਹਾਰਸ ਜਿਹੜਾ ਅਪੀਅਰਸ ਟੂ ਬੀ ਅ ਲੈਜੀਟੀਮੇਟ ਪ੍ਰੋਗਰਾਮ, ਬਟ ਜਦੋਂ ਉਹਨੂੰ ਵੀ ਸਮਾਂ ਮਿਲਦਾ ਉਹ ਆਪਦਾ ਐਕਸ਼ਨ ਪਰਫਾਰਮ ਕਰ ਦਿੰਦਾ। ਇਹ ਵੀ ਮੈਂ ਕਰਾਇਆ ਹੋਇਆ। ਰੈਂਸਮਵੇਅਰ, ਜਿਹਦੇ ਵਿੱਚ ਡਿਮਾਂਡ ਕਰਦਾ ਪੈਸਿਆਂ ਦੀ ਡਿਮਾਂਡ। ਸਮ ਰੈਂਸਮ ਤੁਹਾਡੀਆਂ ਫਾਈਲਾਂ ਨੂੰ ਤੁਹਾਡੇ ਸਿਸਟਮ ਦੇ ਵਿੱਚ ਰੱਖ ਕੇ ਉੱਥੇ ਇਨਕ੍ਰਿਪਟ ਕਰ ਦਿੰਦਾ, ਕਹਿੰਦਾ ਮੈਨੂੰ ਪੈਸੇ ਦਿਓ ਫਿਰ ਡੀਕ੍ਰਿਪਟ ਕਰੂੰਗਾ। ਏਮਸ ਦੇ ਵਿੱਚ ਮੈਂ ਦੱਸਿਆ ਸੀਗਾ, ਏਮਸ ਦੇ ਵਿੱਚ ਆਲ ਇੰਡੀਆ ਮੈਡੀਕਲ ਏਮਸ ਜਿਹੜਾ ਦਿੱਲੀ ਵਾਲਾ, ਉੱਥੇ ਉਹਨਾਂ ਨੇ ਹੈਕਰ ਨੇ ਇਹਨਾਂ ਦੀਆਂ ਫਾਈਲਾਂ ਇਨਕ੍ਰਿਪਟ ਕੀਤੀਆਂ ਸੀ ਤੇ ਪੈਸੇ ਮੰਗੇ ਸੀ। ਸਰਕਾਰ ਕਹਿੰਦੇ ਅਸੀਂ ਨਹੀਂ ਦਿੰਦੇ, ਤੁਸੀਂ ਰੱਖ ਲਓ। ਤਾਂ ਸਰਕਾਰ ਕੋਲੇ ਰਿਕਾਰਡ ਪਿਆ ਸੀ, ਦੁਬਾਰਾ ਅਪਲੋਡ ਕਰਤਾ। ਫਿਰ ਆ ਗਿਆ ਸਪਾਈਵੇਅਰ। ਸਪਾਈਵੇਅਰ ਵੀ ਹੁੰਦਾ ਜਿਹੜਾ ਮੋਨੀਟਰ ਯੂਜ਼ਰ ਐਕਟੀਵਿਟੀ ਕਲੈਕਟਿੰਗ ਪਰਸਨਲ ਇਨਫੋਰਮੇਸ਼ਨ ਵਿਦਾਊਟ ਦੇਅਰ ਕੰਸੈਂਟ। ਜਿਹੜਾ ਯੂਜ਼ਰ ਦੀਆਂ ਐਕਟੀਵਿਟੀ ਨੂੰ ਮੋਨੀਟਰ ਕਰਦਾ ਹੈ ਤੇ ਪਰਸਨਲ ਇਨਫੋਰਮੇਸ਼ਨ ਨੂੰ ਕਲੈਕਟ ਕਰਦਾ ਤੇ ਉਹਦੀ ਕੰਸੈਂਟ ਤੋਂ ਬਿਨਾਂ ਹੀ ਓਨਰ ਨੂੰ ਭੇਜੀ ਜਾਂਦਾ। ਐਡਵੇਅਰ ਜਿਹੜਾ ਐਡਵਰਟੀਜ਼ਮੈਂਟ ਦੇ ਵਿੱਚ ਹੁੰਦਾ ਹੈ ਨਾ। ਰੂਟ ਕਿਟ ਹੁੰਦਾ ਜਿਹੜਾ ਅਨਆਥੋਰਾਈਜ਼ਡ ਐਕਸੈਸ ਗੇਨ ਕਰ ਲੈਂਦਾ ਹੈ, ਰਿਮੋਟਲੀ ਸਾਡੇ ਸਿਸਟਮ ਨੂੰ ਕੰਟਰੋਲ ਕਰ ਲੈਂਦਾ ਹੈ। ਸੋ ਇਹ ਸਾਰੇ ਟਾਈਪਸ ਆਫ ਵਾਇਰਸਸ ਨੇ। ਤਾਂ ਸਟੀਲਥ, ਪੋਲੀਮੋਰਫਿਕ,
ਤੇ ਮਲਟੀਪਾਰਟਾਈਟ ਨੇ ਜਿਹੜੇ ਇਹ ਸਾਰੇ ਹੀ ਵਾਇਰਸਿਸ ਦੀਆਂ ਟਾਈਪ ਨੇ। ਤਾਂ ਆਨਸਰ ਬੀ ਹੋ ਜਾਊਗਾ 1 2 ਐਂਡ 3। ਅਗਲਾ ਸਵਾਲ ਹੈ ਕਹਿੰਦਾ ਡੇਟਾ ਇਨਕ੍ਰਿਪਸ਼ਨ ਸਟੈਂਡਰਡ ਵਾਜ਼ ਓਰੀਜਨਲੀ ਡਿਵੈਲਪਡ ਬਾਈ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ IBM ਦੁਆਰਾ ਬਣਾਇਆ ਗਿਆ ਸੀ। ਆਪਾਂ ਸਾਰੇ ਐਲਗੋਰਿਥਮ ਦਾ ਹੀ ਮੈਂ ਤੁਹਾਨੂੰ ਦੱਸ ਦਿੰਦਾ, ਪੁੱਛ ਸਕਦਾ ਵੈਸੇ ਡੈਸ ਹੀ ਪੁੱਛਿਆ। ਡੈਸ ਹੁੰਦਾ ਡੇਟਾ ਇਨਕ੍ਰਿਪਸ਼ਨ ਸਟੈਂਡਰਡ, IBM ਨੇ ਡਿਵੈਲਪ ਕੀਤਾ ਸੀ 1970 ਦੇ ਵਿੱਚ। ਟ੍ਰਿਪਲ ਡੈਸ ਸੀ ਜਿਹੜਾ ਨਿਸਟ ਨੇ ਬਣਾਇਆ ਸੀ। ਇਹਦਾ ਐਸ ਸੱਚ ਸਪੈਸੀਫਿਕ ਕੋਈ ਈਅਰ ਨਹੀਂ ਦਿੱਤਾ ਹੋਇਆ, ਕਈ ਵਾਰੀ ਇਹਦੀ ਐਬਰੀਵੇਸ਼ਨ ਪੁੱਛ ਲੇ। ਤੇ ਇਹ ਹੁੰਦਾ ਟ੍ਰਿਪਲ ਡੇਟਾ ਇਨਕ੍ਰਿਪਸ਼ਨ ਐਲਗੋਰਿਥਮ, ਉਹੀ ਹੈ ਟ੍ਰਿਪਲ ਡੈਸ। ਤਾਂ ਇਹਦੇ ਵਿੱਚ ਡੈਸ ਲੱਗਦਾ, ਪਹਿਲਾਂ ਡੈਸ ਲੱਗ ਗਿਆ, ਡੈਸ ਦੀ ਪਹਿਲਾਂ ਇਨਕ੍ਰਿਪਸ਼ਨ ਹੋ ਜਾਂਦੀ ਹੈ, ਫਿਰ ਡੈਸ ਦੇ ਨਾਲ DES, ਯਾਨੀ ਕਿ ਪਹਿਲਾਂ ਇਨਕ੍ਰਿਪਸ਼ਨ ਫਿਰ ਡਿਕ੍ਰਿਪਸ਼ਨ, ਡੈਸ ਦੁਆਰਾ ਤੇ ਫਿਰ ਇਨਕ੍ਰਿਪਸ਼ਨ। ਇਸ ਤਰ੍ਹਾਂ ਕਰਕੇ ਦਾ ਕੰਬੀਨੇਸ਼ਨ ਬਣਾ ਕੇ ਇਹ ਐਲਗੋਰਿਥਮ 3 ਵਾਰੀ ਲੱਗਦਾ। ਫਿਰ ਹੋ ਗਿਆ AES, ਇਹਦਾ ਨਾਮ ਰਿਜਨਡੇਲ ਵੀ ਇਹਨੂੰ ਕਿਹਾ ਜਾਂਦਾ, ਪਤਾ ਨਹੀਂ ਕੀ ਨਾਮ ਜੌਖਾ ਜਾਂ ਰਿਜਨਡੇਲ। ਇਹ ਵੀ ਨਿਸਟ ਦੁਆਰਾ ਬਣਾਇਆ ਸੀ 2001 ਦੇ ਵਿੱਚ। ਤੇ RC2 ਰੋਨਾਲਡ ਰੈਵਸਟ 1987 ਦੇ ਵਿੱਚ। RC ਇਸੇ ਬੰਦੇ ਨੇ ਬਣਾਏ ਨੇ। RC5 ਵੀ ਇਸੇ ਦੁਆਰਾ ਬਣਾਇਆ ਰੋਨਾਲਡ ਰੈਵਸਟ 1994 ਦੇ ਵਿੱਚ। RC6 1998 ਦੇ ਵਿੱਚ। ਆਈਡੀਆ ਜੇਮਸ ਮੈਸੀ ਐਂਡ ਆ ਬੰਦੇ ਦਾ ਪਤਾ ਨਹੀਂ ਕੀ ਨਾਮ 1991 ਦੇ ਵਿੱਚ। ਬਲੋਫਿਸ਼ ਤੇ ਟਵੋਫਿਸ਼ ਇਹ ਇੱਕ ਬੰਦੇ ਦੁਆਰਾ ਬਣਾਏ ਹੋਏ ਨੇ, ਬਰੂਸ ਸੈਚਨੀਅਰ ਕਿ ਕੀ ਆ। ਸੋ ਇਹ ਫਿਰ ਕਿਹਨੇ ਬਣਾਇਆ ਹੋ ਗਿਆ, ਡੈਸ IBM ਨੇ, ਯਾਦ ਰੱਖਣਾ ਠੀਕ ਹੈ। ਸੋ ਹੁਣ ਉਹ ਤਾਂ ਸੀਗੇ ਸਿਮੈਟ੍ਰਿਕ ਦੇ ਜਿਹੜੇ ਆਪਾਂ ਪੜ੍ਹੇ ਨੇ, ਸਿਮੈਟ੍ਰਿਕ ਇਨਕ੍ਰਿਪਸ਼ਨ ਐਲਗੋਰਿਥਮ। ਹੁਣ ਆਪਾਂ ਏਸਿਮੈਟ੍ਰਿਕ ਦੇ ਪੜ੍ਹ ਲੈਂਦੇ ਹਾਂ। ਏਸਿਮੈਟ੍ਰਿਕ ਦੇ ਵਿੱਚ RSA ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇਹ 3 ਬੰਦਿਆਂ ਨੇ ਬਣਾਇਆ ਸੀ, ਰੌਨ ਰੈਵਸਟ, ਐਡੀ ਸ਼ਮੀਰ ਐਂਡ ਐਡਲੇਮਨ, ਪਤਾ ਨਹੀਂ ਆ ਕੀ, ਲਿਓਨਾਰਡ ਐਡਲੇਮਨ 1977 ਦੇ ਵਿੱਚ। ਅਗਲਾ ਹੋ ਗਿਆ DSA, ਇਹ ਵੀ ਨਿਸਟ ਦੁਆਰਾ 1994 ਜੇ ਮੈਂ ਕਰਾਇਆ ਸੀ। ਪ੍ਰਪੋਜ਼ ਕੀਤਾ ਸੀਗਾ ਇਹ ਨਾਲ ਲਿਖ ਲਿਓ, 1991 ਦੇ ਵਿੱਚ ਇਹ ਪ੍ਰਪੋਜ਼ ਹੁੰਦਾ, ਪ੍ਰਪੋਜ਼ਡ, ਤੇ 1994 ਦੇ ਵਿੱਚ ਨਿਸਟ ਦੁਆਰਾ ਇਹ ਐਕਸੈਪਟ ਕਰ ਲਿਆ ਜਾਂਦਾ। ਇਹ ਸਵਾਲ ਪੁੱਛਿਆ ਸੀ ਉਹਨੇ ਲੈਵਲ 2 ਦੇ ਵਿੱਚ, ਮੈਂ ਕਰਾ ਚੁੱਕਿਆ ਵੀ ਪ੍ਰਪੋਜ਼ ਕਦੋਂ ਹੋਇਆ ਸੀ, 1991 ਦੇ ਵਿੱਚ। ਡਿਫੀ ਹੈਲਮਨ ਇਹ 2 ਬੰਦਿਆਂ ਦੁਆਰਾ 1976 ਦੇ ਵਿੱਚ। ਤੇ ਚੌਥਾ ਇਲਿਪਟੀਕਲ ਕਰਵ ਪਤਾ ਨਹੀਂ ਐਵੇਂ ਜੇ ਕੁਛ ਸੀਗਾ, ECC 2 ਬੰਦਿਆਂ ਦੁਆਰਾ 1980 ਦੇ ਵਿੱਚ। ਇਹ ਯਾਦ ਰੱਖਣਾ ਹੈ। ਇਹ ਚਾਰੇ ਐਲਗੋਰਿਥਮ ਬਾਰੇ ਥੋੜਾ ਬੇਸਿਕ ਦੱਸ ਦੇਣਾ, ਵੈਸੇ ਜ਼ਿਆਦਾ ਇਹਦੇ ਚੋਂ ਪੁੱਛਿਆ ਨਹੀਂ ਗਿਆ ਪਰ ਪੁੱਛ ਵੀ ਸਕਦਾ, ਪਰ ਥੋੜਾ ਦੱਸ ਦੇਣਾ ਜਿੰਨੀ ਕੁ ਲੋੜ ਆ। ਜਿਵੇਂ RSA ਐਲਗੋਰਿਥਮ ਹੈ, ਇਹ ਏਸਿਮੈਟ੍ਰਿਕ ਹੈ, ਹੈਗੇ ਤਾਂ ਇਹ ਚਾਰੇ ਉਹੀ ਏਸਿਮੈਟ੍ਰਿਕ ਐਲਗੋਰਿਥਮ ਨੇ। ਏਸਿਮੈਟ੍ਰਿਕ ਐਲਗੋਰਿਥਮ ਹੈ, 3 ਬੰਦਿਆਂ ਦੁਆਰਾ ਬਣਾਇਆ 1977 ਦੇ ਵਿੱਚ। ਪ੍ਰਾਇਮਲੀ ਯੂਜ਼ਡ ਫॉर ਸਿਕਿਉਰ ਕਮਿਊਨੀਕੇਸ਼ਨ, ਡਿਜੀਟਲ ਸਿਗਨੇਚਰ ਐਂਡ ਕੀ ਐਕਸਚੇਂਜ, ਇਹਦੇ 3 ਕੰਮ ਨੇ। ਤੇ ਇਹ ਇਟ ਰਿਲਾਈਜ਼ ਔਨ ਆਹ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਕਿਹੜੇ ਪ੍ਰਿੰਸੀਪਲ ਦੇ ਕੰਮ ਕਰਦਾ ਹੈ, ਰਿਲਾਈਜ਼ ਔਨ ਮੈਥਮੈਟੀਕਲ ਪ੍ਰੋਪਰਟੀ ਆਫ ਪ੍ਰਾਈਮ ਨੰਬਰ ਐਂਡ ਮੋਡੂਲਰ ਅਰਥਮੈਟਿਕ। ਜੇ ਸਾਨੂੰ ਸਵਾਲ ਪੁੱਛ ਲੇ ਵੀ RSA ਐਲਗੋਰਿਥਮ ਹੈ ਉਹ ਕਿਵੇਂ ਕਾਹਦੇ ਤੇ ਬੇਸਡ ਹੁੰਦਾ, ਉਹ 2 ਪ੍ਰਾਈਮ ਨੰਬਰ ਤੇ ਆਪਾਂ ਇਹਦੇ ਚ ਕੰਸੀਡਰ ਕਰਦੇ ਹਾਂ ਸ਼ੁਰੂ ਦੇ ਵਿੱਚ P ਤੇ Q। ਇਟ ਮਸਟ ਬੀ ਅ ਪ੍ਰਾਈਮ ਨੰਬਰ, ਠੀਕ ਹੈ। ਮੋਡ ਇਹਨਾਂ ਦਾ 1 ਹੋਣਾ ਚਾਹੀਦਾ, ਮੋਡ ਆਫ P ਐਂਡ Q ਮਸਟ ਬੀ ਇਜ਼ ਇਕੁਅਲ ਟੂ 1, ਫਿਰ ਹੀ ਉਹ ਪ੍ਰਾਈਮ ਹੋਣਗੇ ਨਾ 2 ਪ੍ਰਾਈਮ ਨੰਬਰ ਜਿਹੜੇ ਇੱਕ ਦੂਜੇ ਦੇ ਡਿਵਾਈਡ ਨਹੀਂ ਹੁੰਦੇ। ਤਾਂ ਇਹਦਾ ਪੂਰਾ ਐਲਗੋਰਿਥਮ ਹੈ, ਉਹ ਆਪਾਂ ਨੂੰ ਲੋੜ ਨਹੀਂ। ਇੰਨਾ ਕਰੈਕਸ ਯਾਦ ਰੱਖਿਓ ਵੀ ਇਹ ਪ੍ਰਾਈਮ ਨੰਬਰ ਐਂਡ ਮੋਡੂਲਰ ਅਰਥਮੈਟਿਕ ਦੇ ਬੇਸ ਤੇ ਚੱਲਦਾ। ਮੈਂ ਤੁਹਾਨੂੰ ਦੱਸ ਹੀ ਦਿੱਤਾ ਮੋਡ ਦੇ ਬੇਸ ਤੇ ਕਰਦਾ ਇਹ, ਹੈ ਨਾ। ਸੋ ਇਹਦੇ ਵਿੱਚ 2 ਕੀ ਹੁੰਦੀਆਂ ਨੇ, ਪੇਅਰ ਆਫ ਕੀਜ਼ ਹੁੰਦੀਆਂ ਨੇ, ਪਬਲਿਕ ਕੀ ਇਨਕ੍ਰਿਪਸ਼ਨ ਦੇ ਲਈ, ਪ੍ਰਾਈਵੇਟ ਕੀ ਡੀਕ੍ਰਿਪਸ਼ਨ ਦੇ ਲਈ। ਪਬਲਿਕ ਕੀ ਫ੍ਰੀਲੀ ਵੈਬਸਾਈਟ ਤੇ ਬੰਦਾ ਸ਼ੇਅਰ ਕਰ ਦਿੰਦਾ, ਤੇ ਪ੍ਰਾਈਵੇਟ ਹੈ ਜਿਹੜੀ ਕੌਨਫੀਡੈਂਸ਼ੀਅਲ ਰੱਖਦਾ ਬੰਦਾ। ਲੈਵਲ 2 ਦੇ ਵਿੱਚ ਵੀ ਆਪਾਂ ਇਹ ਚੀਜ਼ ਕਰ ਚੁੱਕੇ ਹਾਂ। ਐਪਲੀਕੇਸ਼ਨ ਇਹਦੀਆਂ ਕੀ ਨੇ, ਸਿਕਿਉਰ ਕਮਿਊਨੀਕੇਸ਼ਨ ਦੇ ਲਈ ਵਰਤਿਆ ਜਾਂਦਾ। ਜਿਵੇਂ ਮੇਨਲੀ ਇਹ ਪ੍ਰੋਟੋਕਾਲ ਕਿਹੜੀਆਂ ਪ੍ਰੋਟੋਕਾਲ ਦੇ ਵਿੱਚ ਵਰਤਿਆ ਜਾਂਦਾ, ਸਿਕਿਉਰ ਸੌਕਟ ਲੇਅਰ, ਟਰਾਂਸਪੋਰਟ ਲੇਅਰ ਸਿਕਿਉਰਿਟੀ ਇਹਨਾਂ 'ਚ ਵਰਤਿਆ ਜਾਂਦਾ ਹੈ। ਆਨਲਾਈਨ ਵੈਬ ਬਰਾਊਜ਼ਿੰਗ ਦੇ ਵਿੱਚ, ਈਮੇਲਸ ਦੇ ਵਿੱਚ, ਇੰਸਟੈਂਟ ਮੈਸੇਜਿੰਗ ਜਿਵੇਂ WhatsApp, Facebook, Instagram, ਵਰਚੁਅਲ ਪ੍ਰਾਈਵੇਟ ਨੈਟਵਰਕ VPN ਜਿਹੜਾ ਆਪਾਂ ਪੜ੍ਹ ਚੁੱਕੇ ਹਾਂ, ਉਹਨਾਂ 'ਚ ਇਹ ਵਰਤਿਆ ਜਾਂਦਾ ਹੈ। ਸਿਕਿਉਰਿਟੀ ਪ੍ਰੋਵਾਈਡ ਕਰਦਾ RSA। ਫਿਰ ਇਹ ਡਿਜੀਟਲ ਸਿਗਨੇਚਰ ਪ੍ਰੋਵਾਈਡ ਕਰਦਾ, ਇਹ ਵੀ ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਹਾਂ, ਵੈਰੀਫਾਈ ਕਰਨ ਦੇ ਲਈ ਸਾਈਨਰ ਦੀ ਆਇਡੈਂਟੀਟੀ। ਡਿਜੀਟਲ ਸਰਟੀਫਿਕੇਟ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਡਿਜੀਟਲ ਸਿਗਨੇਚਰ ਤੇ ਸਰਟੀਫਿਕੇਟਸ ਦੇ ਵਿੱਚ ਕੀ ਫਰਕ ਹੁੰਦਾ ਹੈ, ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਕਰਾਉਂਗਾ, ਠੀਕ ਹੈ। ਕੀ ਐਕਸਚੇਂਜ ਦੇ ਲਈ ਹੈਲਮਨ, ਡਿਫੀ ਹੈਲਮਨ ਦੇ ਨਾਲ ਇਹ ਯੂਜ਼ ਕੀਤਾ ਜਾਂਦਾ ਹੈ। ਕ੍ਰਿਪਟੋਗ੍ਰਾਫੀ ਟੋਕਨ, ਜਿਵੇਂ ਆਪਾਂ ਸਮਾਰਟ ਕਾਰਡ ਵਗੈਰਾ ਯੂਜ਼ ਕਰਦੇ ਹਾਂ ਜਿਹੜੇ ਵਾਇਰਲੈਸ ਹੁੰਦੇ ਨੇ, ਨਹੀਂ ਆਪਾਂ ਉਹ ਨਹੀਂ ਕਰ ਦਿੰਦੇ ਅੱਜ ਕੱਲ ਵਾਇਰਲੈਸ ਕਾਰਡ ਹੀ ਆ, ਤੁਸੀਂ ਉਹ ਪੇਇੰਗ ਵਾਲੇ ਦੇ ਨੇੜੇ ਲੈ ਜਾਓ ਤੇ ਉਹ ਆਟੋਮੈਟਿਕਲੀ ਵਾਇਰਲੈਸ ਹੀ ਤੁਹਾਡੀ ਪੇਮੈਂਟ ਕਰ ਦਿੰਦੇ ਨੇ। ਉਹ ਸਮਾਰਟ ਕਾਰਡ ਦੇ ਵਿੱਚ ਟੋਕਨ ਐਕਸਚੇਂਜ ਕਰਨ ਦੇ ਵਿੱਚ
ਕ੍ਰਿਪਟੋਗ੍ਰਾਫਿਕ ਟੋਕਨ ਦੇ ਵਿੱਚ ਇਹ RSA ਐਲਗੋਰਿਥਮ ਯੂਜ਼ ਕੀਤਾ ਜਾਂਦਾ ਸਿਕਿਉਰਿਟੀ ਪ੍ਰੋਵਾਈਡ ਕਰਨ ਦੇ ਲਈ ਜਾਂ ਹਾਰਡਵੇਅਰ ਸਿਕਿਉਰਿਟੀ ਮੋਡਿਊਲਸ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ। ਦੂਸਰਾ ਆ ਗਿਆ ਡਿਫੀ-ਹੈਲਮਨ। ਤਾਂ ਇਹ ਪੁੱਛ ਲੈਂਦਾ ਵੀ ਡਿਫੀ-ਹੈਲਮਨ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ, ਮੇਨਲੀ ਜਿਹੜਾ ਕੰਮ ਹੈ ਇਹਦਾ ਕੀ ਐਕਸਚੇਂਜ ਦੇ ਲਈ ਯੂਜ਼ ਕੀਤਾ ਜਾਂਦਾ। ਤਾਂ ਇਹ ਦੋ ਬੰਦਿਆਂ ਦੁਆਰਾ 76 ਚ ਬਣਿਆ ਬੇਸਡ ਔਨ ਮੈਥਮੈਟਿਕਲੀ ਕਨਸੈਪਟ ਆਫ ਮੋਡੂਲਰ ਐਕਸਪੋਨੈਂਸ਼ੀਅਲ ਐਂਡ ਡਿਸਕ੍ਰੀਟ ਲੋਗਰਿਥਮਸ ਹਨ। ਸੋ ਇਹ ਮੈਨੂੰ ਨਹੀਂ ਲੱਗਦਾ ਇਹ ਪੁੱਛਿਆ ਜਾਊ, ਬਟ ਉਹਦਾ ਜ਼ਰੂਰ ਆਪਾਂ ਯਾਦ ਕਰਨਾ RSA ਦਾ ਪ੍ਰਾਈਮ ਨੰਬਰ ਬੇਸਡ ਹੈ, ਠੀਕ ਹੈ। ਸੋ ਇਹਦੀਆਂ ਐਪਲੀਕੇਸ਼ਨਾਂ ਕੀ ਨੇ, ਸਿਕਿਉਰ ਇੰਟਰਨੈਟ ਕਮਿਊਨੀਕੇਸ਼ਨ ਦਿੰਦਾ, ਜਿਵੇਂ TSL ਪੜ੍ਹਿਆ ਸੀ ਆਪਾਂ, SSH ਤੇ TSL ਦੇ ਵਿੱਚ ਇਹ ਵੀ ਯੂਜ਼ ਹੁੰਦਾ ਹੈ, VPN ਦੇ ਵਿੱਚ ਵੀ ਇਹ ਯੂਜ਼ ਹੁੰਦਾ ਹੈ ਨਾ। ਕੀ ਐਕਸਚੇਂਜ ਦੇ ਵਿੱਚ ਜਿਵੇਂ ਇੰਟਰਨੈਟ ਕੀ ਐਕਸਚੇਂਜ, ਉਵੇਂ ਫਾਰਵਰਡ ਸੀਕ੍ਰੇਸੀ ਦੇ ਵਿੱਚ ਇਹ ਜਿਵੇਂ ਡਿਫੀ-ਹੈਲਮਨ ਐਪਰੇਮਰਲ ਕੀ ਹੁੰਦਾ ਪਤਾ ਨਹੀਂ ਇਹ ਛੱਡ ਦਿਓ, ਚਲੋ ਇਹ ਲੋੜ ਹੀ ਨਹੀਂ ਇੰਨਾ, ਉੱਪਰ ਵਾਲਾ ਕਰ ਲਓ ਵੀ ਕੀ ਐਕਸਚੇਂਜ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ ਹੈ ਨਾ। ਅਗਲਾ ਐਲਗੋਰਿਥਮ ਆ ਗਿਆ DSA। ਜ਼ਿਆਦਾ ਜ਼ਰੂਰਤ ਨਹੀਂ ਹੈ, ਤਾਂ ਹੀ ਮੈਂ ਡਿਟੇਲ 'ਚ ਨਹੀਂ ਕਰਾ ਰਿਹਾ, ਤੁਹਾਨੂੰ ਐ ਲੱਗੂ ਵੀ ਆਹ ਕਿਉਂ ਛਡਾਤਾ, ਕਿਉਂਕਿ ਸਮਾਂ ਥੋੜਾ ਹੈਗਾ। ਜੇ ਮੈਂ ਤੁਹਾਨੂੰ ਜ਼ਿਆਦਾ ਉਲਝਾਊਂਗਾ ਚੀਜ਼ਾਂ ਦੇ ਵਿੱਚ, ਹੋ ਸਕਦਾ ਤੁਹਾਨੂੰ ਇਹ ਨਾ ਪੁੱਛੇ, ਪਰ ਹੋ ਸਕਦਾ 1% ਜੇ ਪੁੱਛ ਲਏ ਤਾਂ ਫਿਰ ਤੁਹਾਡਾ ਸੋਲਵ ਹੋ ਜਾਊਗਾ। ਤਾਂ ਮੈਨੂੰ ਵੀ ਕਾਹਲ ਜੀ ਪੈ ਰਹੀ ਹੈ ਵੀ ਵੀਡੀਓ ਲੰਬੀ ਨਾ ਹੋ ਜੇ, ਕਿਤੇ ਤੁਸੀਂ ਕਹੋ ਵੀ ਯਾਰ ਕਿੱਥੇ ਖਿੱਚ ਲਈਆਂ ਚੀਜ਼ਾਂ ਹਨਾ। ਪਰ ਕਈ ਬੱਚਿਆਂ ਦੇ ਮੈਨੂੰ ਜਿਹੜੇ ਸੀਰੀਅਸ ਕਮੈਂਟ ਵੀ ਆਉਂਦੇ ਆ ਵੀ ਤੁਸੀਂ ਇਹ ਚੰਗੇ ਤਰੀਕੇ ਦੇ ਨਾਲ ਕਰਾਓ, ਤਾਂ ਮੈਂ ਤੁਹਾਨੂੰ ਕਰਾਉਣ ਲੱਗਿਆ ਹਨਾ। DSA ਐਲਗੋਰਿਥਮ ਵਿੱਚ ਸਟੈਂਡਸ ਫॉर ਡਿਜੀਟਲ ਸਿਗਨੇਚਰ ਐਲਗੋਰਿਥਮ। ਇਹ ਆਪਾਂ ਪੜ੍ਹਿਆ ਵੀ 94 ਦੇ ਵਿੱਚ NIST ਦੀ ਐਬਰੀਵੇਸ਼ਨ ਪੜ੍ਹਨੀ ਹੈ, ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡ ਐਂਡ ਟੈਕਨੋਲੋਜੀ 1994। DSA ਕਹਿੰਦਾ ਵੇਰੀਐਂਟ ਹੈ E1 ਗੈਮਲ ਸਿਗਨੇਚਰ, ਠੀਕ ਹੈ। ਇਹ ਕਾਹਦੇ ਬੇਸਡ ਹੈ ਵੀ ਮੋਡੂਲਰ ਐਕਸਪੋਨੈਂਸ਼ੀਅਲ ਐਂਡ ਡਿਸਕ੍ਰੀਟ ਲੋਗਰਿਥਮਸ, ਠੀਕ ਹੈ। It provides a method for generating and verifying digital signature, ensuring data integrity, authentication in electronic communication। ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ ਵੀ ਤਿੰਨ ਮੇਨ ਇਹਦੇ ਕੀ ਕੰਮ ਨੇ। ਸਿਕਿਉਰ ਡਿਜੀਟਲ ਸਿਗਨੇਚਰ ਪ੍ਰੋਵਾਈਡ ਕਰਦਾ ਹੈ, ਐਫੀਸ਼ੀਐਂਟ ਕੀ ਜਨਰੇਸ਼ਨ ਦੇ ਵਿੱਚ ਹੈ, ਨੌਨ ਰੈਪੂਟੇਸ਼ਨ ਪ੍ਰੋਵਾਈਡ ਕਰਦਾ ਵੀ ਬੰਦਾ ਜਿਹੜਾ ਸੈਂਡਰ ਹੈ ਉਹ ਡਿਨਾਈ ਨਾ ਕਰ ਸਕੇ, ਮੁੱਕਰ ਨਾ ਸਕੇ। ਸਿਕਿਉਰ ਕਮਿਊਨੀਕੇਸ਼ਨ ਤਾਂ ਉਹੀ ਹੋ ਗਿਆ ਹਨਾ। ਸਿਕਿਉਰ ਕਮਿਊਨੀਕੇਸ਼ਨ ਜਿਵੇਂ ਈਮੇਲ ਦੇ ਵਿੱਚ ਆਪਾਂ ਪੜ੍ਹਿਆ ਸੀ ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ, ਸਿਕਿਉਰ ਮਲਟੀਪਰਪਜ਼ ਇੰਟਰਨੈਟ ਮੇਲ ਐਕਸਟੈਂਸ਼ਨ ਦੇ ਵਿੱਚ ਈਮੇਲ ਦੇ ਵਿੱਚ ਯੂਜ਼ ਕੀਤਾ ਜਾਂਦਾ। ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ, ਯਾਦ ਰੱਖਣਾ। DSA E-MIME ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਹੋਰ ਜਿਹੜੀਆਂ ਪ੍ਰੋਟੋਕੋਲ ਨੇ ਜਿਵੇਂ SSH ਸਿਕਿਉਰ ਸ਼ੈਲ ਹਨਾ। ਸੋ ਡਿਜੀਟਲ ਸਰਟੀਫਿਕੇਟ ਦੇ ਵਿੱਚ ਯੂਜ਼ ਕੀਤਾ ਜਾਂਦਾ, ਗਵਰਨਮੈਂਟ ਐਂਡ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ, ਠੀਕ ਆ। ਅੱਗੇ ਆ ਗਿਆ ECC ਐਲਗੋਰਿਥਮ। ECC ਹੁੰਦਾ ਹੈ ਐਲਿਪਟਿਕ ਕਰਵ ਕ੍ਰਿਪਟੋਗ੍ਰਾਫੀ, ਵੀ ਬਹੁਤ ਜ਼ਿਆਦਾ ਇੰਪੋਰਟੈਂਟ ਐਲਗੋਰਿਥਮ ਹੈ। ਪਬਲਿਕ ਕੀ ਕ੍ਰਿਪਟੋਗ੍ਰਾਫੀ ਐਲਗੋਰਿਥਮ ਹੈ ਹਨਾ। ਕਿਹੜੀ ਪ੍ਰੋਪਰਟੀ ਤੇ ਕੰਮ ਕਰਦਾ ਹੈ, ਐਲਿਪਟਿਕ ਕਰਵ ਓਵਰ ਫਾਈਨਾਈਟ ਫੀਲਡ। ਇਹ ਸਾਰੀਆਂ ਟੈਕਨੋਲੋਜੀ ਨੇ, ਐਲਗੋਰਿਥਮ ਨੇ, ਸੋ ਤਾਂ ਕਰਕੇ ਡਿਟੇਲ 'ਚ ਪੜ੍ਹਨ ਦੀ ਲੋੜ ਨਹੀਂ ਆਪਾਂ ਨੂੰ। ਕਹਿੰਦਾ ਇਹ ਛੋਟੀਆਂ ਸ਼ਾਰਟਰ ਕੀ ਲੈਂਥ ਹੁੰਦੀ ਹੈ ਇਹਦੇ 'ਚ ਐਜ਼ ਕੰਪੇਅਰ ਟੂ RSA ਤੇ DSA। ਉਹਨਾਂ ਦੇ ਵਿੱਚ ਕੀ ਲੈਂਥ ਜ਼ਿਆਦਾ ਹੋ ਜਾਂਦੀ ਹੈ। ਜਦੋਂ ਕੀ ਲੈਂਥ ਵੱਧ ਜਾਂਦੀ ਹੈ ਤਾਂ ਉਹਦੀ ਕੰਪਲੈਕਸਿਟੀ ਐਲਗੋਰਿਥਮ ਦੀ ਵੱਧ ਜਾਂਦੀ ਹੈ। ਜੇ ਕੰਪਲੈਕਸਿਟੀ ਵੱਧ ਜਾਂਦੀ ਹੈ ਤਾਂ ਟਾਈਮ ਉਹ ਜ਼ਿਆਦਾ ਲੈਂਦਾ। ਤਾਂ ਇਹਦੀ ਕੀ ਛੋਟੀ ਹੈ ਤਾਂ ਇਹਦਾ ਟਾਈਮ ਕੰਜ਼ਿਊਮਿੰਗ ਘੱਟ ਹੈ। ਬਟ ਨਾਲ ਪ੍ਰੋਪਰਟੀ ਇਹ ਵੀ ਹੈ, ਜੇ ਕੀ ਲੈਂਥ ਛੋਟੀ ਹੋ ਜਾਂਦੀ ਹੈ ਤਾਂ ਉਹਨੂੰ ਡੀਕ੍ਰਿਪਟ ਕਰਨਾ ਸੌਖਾ ਹੈ। ਨਾਰਮਲੀ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਸੂਟਕੇਸ ਹੈ, ਜੇ 2 ਅੱਖਰਾਂ ਦਾ ਹੀ ਪਾਸਵਰਡ ਹੋਵੇ ਤਾਂ ਜਾਂ ਤਾਂ 00 ਹੋ ਸਕਦਾ, 001 ਹੋ ਸਕਦਾ, ਅਪ ਟੂ 999 ਹੋ ਸਕਦਾ। ਜੇ 3 ਅੱਖਰਾਂ ਦਾ ਪਾਸਵਰਡ ਲੱਗਿਆ ਤਾਂ ਛੋਟੇ ਤੋਂ ਛੋਟਾ 00, 001, ਵੱਡੇ ਤੋਂ ਵੱਡਾ 999। ਇਹ ਟੋਟਲ ਬਣ ਗਏ 10 ਗੁਣਾ 10 ਗੁਣਾ 10, 1000 ਕੰਬੀਨੇਸ਼ਨ ਬਣ ਗਏ ਟੋਟਲ 1000 ਪਾਸਵਰਡ। ਇੱਧਰ ਦੇ ਵਿੱਚ 10 ਗੁਣਾ 10 100 ਪਾਸਵਰਡ। ਤਾਂ 1000 ਨੂੰ ਡੀਕ੍ਰਿਪਟ ਕਰਨਾ ਔਖਾ ਹੈ, 100 ਨੂੰ ਡੀਕ੍ਰਿਪਟ ਜਲਦੀ ਕੀਤਾ ਜਾ ਸਕਦਾ। ਦਾ ਕੀ ਲੈਂਥ ਵਧਣ ਦੇ ਨਾਲ ਸਿਕਿਉਰਿਟੀ ਤਾਂ ਵੱਧਦੀ ਆ, ਬਟ ਟਾਈਮ ਵੀ ਜ਼ਿਆਦਾ ਲੱਗਦਾ, ਕੰਪਲੈਕਸਿਟੀ ਵੱਧ ਜਾਂਦੀ ਹੈ। ਤਾਂ ਉਵੇਂ ਹੀ ਇਹ ਛੋਟੀ ਕੀ ਤੇ ਕਹਿ ਲਓ ਵੀ ਬੇਸਡ ਆ, ਠੀਕ ਆ। ਪ੍ਰਾਈਵੇਟ ਤੇ ਪਬਲਿਕ ਕੀ ਯੂਜ਼ ਹੁੰਦੀਆਂ ਨੇ, ਪ੍ਰਾਈਵੇਟ ਸੀਕ੍ਰੇਟ ਹੁੰਦੀ ਹੈ, ਪਬਲਿਕ ਸ਼ੇਅਰਡ ਕੀਤੀ ਜਾਂਦੀ ਹੈ, ਠੀਕ ਹੈ। ਸੋ ਸਮ ਕੀ ਆਸਪੈਕਟਸ ਨੇ, ਕੀ ਜਨਰੇਸ਼ਨ ਦੇ ਵਿੱਚ ਇਨਕ੍ਰਿਪਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ, ਡਿਜੀਟਲ ਸਿਗਨੇਚਰ ਦੇ ਵਿੱਚ ਕੀ ਐਕਸਚੇਂਜ ਕਰਨ ਦੇ ਵਿੱਚ ਹੈਲਪ ਕਰਦਾ, ਐਪਲੀਕੇਸ਼ਨਾਂ ਕਿਹੜੀਆਂ ਨੇ, ਸਿਕਿਉਰ ਇੰਟਰਨੈਟ ਕਮਿਊਨੀਕੇਸ਼ਨ, ਤਾਂ ਇਹ ਆਪਾਂ ਪੜ੍ਹ ਕੇ ਆਏ ਹਾਂ। ਜਿਵੇਂ ਟਰਾਂਸਪੋਰਟ ਲੇਅਰ ਸਿਕਿਉਰਿਟੀ ਤੇ ਸਿਕਿਉਰ ਸੌਕਟ ਲੇਅਰ ਦੇ ਵਿੱਚ ਯੂਜ਼ ਕੀਤਾ ਜਾਂਦਾ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਕਰ ਲਿਓ। ਮੋਬਾਈਲ ਡਿਵਾਈਸ ਐਂਡ IoT ਹੁੰਦਾ ਇੰਟਰਨੈਟ ਆਫ ਥਿੰਗਸ। ECC ਹੈ ਜਿਹੜਾ ਮੋਬਾਈਲ ਡਿਵਾਈਸਿਸ ਤੇ IoT ਦੇ ਵਿੱਚ ਯੂਜ਼ ਕੀਤਾ ਜਾਂਦਾ। ਫਿਰ ਡਿਜੀਟਲ ਸਰਟੀਫਿਕੇਟ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਇਹ। ਕ੍ਰਿਪਟੋਕਰੰਸੀ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਅੱਜ ਕੱਲ੍ਹ ਜਿਹੜਾ ਜ਼ਿਆਦਾ ਚੱਲ ਰਿਹਾ, ਯਾਦ ਰੱਖਿਓ ਵੀ ਜਿਵੇਂ ਬਿਟਕੋਇਨ ਹੋ ਗਿਆ, ਇਥੀਰੀਅਮ ਹੋ ਗਿਆ, ਇਹਨਾਂ ਸਾਰੇ ਹੀ ਜਿਹੜੇ
ਆਨਲਾਈਨ ਕ੍ਰਿਪਟੋ ਕਰੰਸੀਜ਼ ਨੇ, ਇਹਨਾਂ ਦੇ ਵਿੱਚ ਇਹ ਐਲਗੋਰਿਥਮ ਹੈਗਾ ਜਿਹੜਾ ECC ਐਲਗੋਰਿਥਮ ਇਹ ਯੂਜ਼ ਕੀਤਾ ਜਾਂਦਾ। ਕਾਹਦੇ ਲਈ? ਸਿਕਿਉਰ ਕੀ ਜਨਰੇਸ਼ਨ ਐਂਡ ਡਿਜੀਟਲ ਸਿਗਨੇਚਰ ਦੇ ਵਿੱਚ ਇਹ ਐਲਗੋਰਿਥਮ ਯੂਜ਼ ਕੀਤਾ ਜਾਂਦਾ। ਠੀਕ ਆ, ਸੋ ਇਹ ਸੀਗਾ ਆਪਣਾ ਕਵਰ ਕੰਪਲੀਟ ਹੋ ਗਿਆ ਚੈਪਟਰ 13 ਲੈਵਲ ਤੀਜਾ ਹਾਰਡ ਲੈਵਲ ਪਾਰਟ 1। ਤੁਹਾਨੂੰ ਬੱਚਿਆਂ ਨੂੰ ਕਾਫੀ ਬੰਦਿਆਂ ਨੂੰ ਇਹ ਸੀਗਾ ਵੀ ਲੈਵਲ 3 ਪਤਾ ਨਹੀਂ ਕਿਹੋ ਜਿਹਾ ਹੋਊਗਾ, ਤਾਂ ਲੈਵਲ 3 ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਆਊਗਾ ਕਿ ਨਹੀਂ ਆਊਗਾ। ਲੈਵਲ 3 ਦੇ ਵਿੱਚ ਤਾਂ ਫਿਰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਬ ਇੰਸਪੈਕਟਰ ਹੋ ਗਿਆ, ਚਾਹੇ ਕਾਂਸਟੇਬਲ ਹੈੱਡ ਕਾਂਸਟੇਬਲ ਹੋ ਗਿਆ, ਤੇ ਚਾਹੇ ਇੰਟੈਲੀਜੈਂਸ ਹੋ ਗਿਆ, ਉਹਨਾਂ ਦੇ ਵਿੱਚ ਤਾਂ ਫਿਰ ਇਹ ਸਵਾਲ ਪੁੱਛਦਾ। ਸੋ ਆਲਮੋਸਟ ਸੇਮ ਜਿਹਾ ਹੀ ਪੈਟਰਨ ਆ ਉਹਨਾਂ ਦੇ ਵਿੱਚ, ਤਾਂ ਇਹ ਜ਼ਿਆਦਾ ਡਿਟੇਲ ਦੇ ਵਿੱਚ ਕਰਨੀਆਂ ਜ਼ਰੂਰੀ ਨੇ। ਆਪਾਂ ਕੋਸ਼ਿਸ਼ ਕੀਤੀ ਹੈ ਕਰਨ ਦੀ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ। ਡਿਟੇਲ ਹੋਰ ਚਾਹੀਦੀ ਹੈ ਤਾਂ ਬਹੁਤ ਸਾਰੀ ਡਿਟੇਲ ਆਪਣੇ ਕੋਲੇ ਹੋਰ ਵੀ ਹੈ, ਪਰ ਸਮਾਂ ਥੋੜਾ ਹੈ ਉਸ ਕਰਕੇ ਹੈ ਜਿਹੜਾ ਹੁਣ ਆਪਾਂ ਡਿਟੇਲ ਨਹੀਂ ਇੰਨਾ ਪ੍ਰੋਵਾਈਡ ਨਹੀਂ ਕਰ ਸਕਦੇ। ਅਗਲੀ ਵਾਰੀ ਲਈ ਮੈਂ ਤੁਹਾਡੇ ਨਾਲ ਕਮਿਟਮੈਂਟ ਕਰਦਾ। ਤੇ ਇਸ ਵਾਰੀ ਵੀ ਮੈਨੂੰ ਬੱਚਿਆਂ ਨੇ ਬਹੁਤ ਕਿਹਾ ਸੀ ਵੀ ਤੁਸੀਂ ਬੈਚ ਸਟਾਰਟ ਕਰੋ। ਇਸ ਵਾਰੀ ਮੇਰੇ ਥੋੜੇ ਆਪਦੇ ਪਰਸਨਲ ਰੁਝੇਵੇਂ ਸੀਗੇ। ਨੈਕਸਟ ਟਾਈਮ ਲਈ ਪੱਕਾ ਤੁਹਾਡੇ ਨਾਲ ਕਮਿਟਮੈਂਟ ਕਰਦੇ ਹਾਂ ਵੀ ਆਨਲਾਈਨ ਬੈਚ ਲੈ ਕੇ ਆਵਾਂਗੇ, ਪੇਡ ਬੈਚ ਲੈ ਕੇ ਆਵਾਂਗੇ ਆਪਾਂ, ਤੇ ਜੱਜ ਕੇ ਕੰਮ ਕਰਾਂਗੇ। ਫਿਰ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਠੀਕ ਹੈ, ਤਗੜਾ ਜਿਹਾ ਆਪਾਂ ਕੋਰਸ ਤਿਆਰ ਕਰਦੇ ਹਾਂ। ਸੋ ਅਗਲੀ ਵਾਰੀ ਲਈ ਤੁਹਾਡੇ ਨਾਲ ਕਮਿਟਮੈਂਟ ਰਹੀ ਵੀ ਜ਼ਰੂਰ ਲੈ ਕੇ ਆਵਾਂਗੇ। ਸੋ ਇਹ ਆਪਣਾ ਚੈਨਲ ਹੈ, ਤੁਸੀਂ ਪਹਿਲੀ ਵਾਰੀ ਜੁੜੇ ਹੋ ਤਾਂ ਸਬਸਕ੍ਰਾਈਬ ਕਰ ਲਿਓ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।